ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਚਲੰਤ ਮਸਲਿਆਂ ਬਾਰੇ ਮੁੱਦਿਆਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਜਿਹੜੀਆਂ ਖਬਰਾਂ ਸਾਡੇ ਨਾਲ ਤਲਕ ਰੱਖਦੀਆਂ ਹਨ, ਜਿਨ੍ਹਾਂ ਦਾ ਸਾਡੇ ਰੋਜ਼ਮर्रा ਦੇ ਜੀਵਨ ਦੇ ਉੱਤੇ ਅਸਰ ਪੈਂਦਾ, ਉਹ ਸਾਰੇ ਪੰਥਕ ਮਸਲੇ ਜਿਨ੍ਹਾਂ ਦੀ ਪੁਣਛਾਣ ਕਰਕੇ ਅਸੀਂ ਆਪ ਦੇ ਵਿਚਾਰ ਮਿਲਾ ਕੇ ਉਹਨਾਂ ਨੂੰ ਪੇਸ਼ ਕਰਦੇ ਹਾਂ। ਉਸ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਬਹੁਤ ਹੀ ਅਹਿਮ ਦਿਵਸ ਹੈ, ਬਹੁਤ ਹੀ ਪਾਵਨ ਦਿਨ ਹੈ। ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਔਰ ਜਿਸ ਦੀ ਸਾਰੇ ਜਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਾਣੀ। ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਅੱਜ ਦੇ ਪਾਵਨ ਦਿਨ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ, ਇਹ ਸਿੱਖ ਇਤਿਹਾਸ ਦੇ ਲਈ ਹੀ ਨਹੀਂ ਬਲਕਿ ਸ਼ਾਇਦ ਮਾਨਵਤਾ ਦੇ ਇਤਿਹਾਸ ਦੇ ਵਿੱਚ ਐਸੀ ਕੋਈ ਮਿਸਾਲ ਨਹੀਂ ਮਿਲਦੀ। ਇਹ ਬਿਲਕੁਲ ਇੱਕ ਅਦੁੱਤੀ ਘਟਨਾ ਸੀ ਜਿਸ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਕਿਸੇ ਵੀ ਧਰਮ ਦੇ ਸਰਵੋੱਚ ਸਥਾਨ ਦੀ ਨੀਂਹ ਰੱਖਣ ਲਈ ਕਿਸੇ ਦੂਸਰੇ ਮਜ਼ਹਬ ਦੇ ਧਾਰਮਿਕ ਵਿਅਕਤੀ ਨੂੰ ਸੱਦਾ ਦਿੱਤਾ ਗਿਆ। ਕਿੱਥੇ ਮਿਸਾਲ ਹੈ ਇਸ ਤਰ੍ਹਾਂ ਦੀ ਫਰਾਖ ਦਿਲੀ ਦੀ ਜਾਂ ਸਰਬ ਸਾਂਝੀਵਾਲਤਾ ਦੀ, ਜਿੱਥੇ ਗੁਰੂ ਅਰਜਨ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਜੀ ਨੂੰ ਉਚੇਚੇ ਤੌਰ ਦੇ ਉੱਤੇ ਬੇਨਤੀ ਕੀਤੀ ਔਰ ਇਸ ਪਾਵਨ ਸਥਾਨ ਦੀ ਨੀਂਹ ਰੱਖਣ ਲਈ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੂੰ ਸੱਦਾ ਦਿੱਤਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਵੱਲੋਂ ਰੱਖੀ ਗਈ। ਥੋੜ੍ਹੇ ਦੇਰ ਤੱਕ ਅਸੀਂ ਇਸ ਦੇ ਬਾਰੇ, ਹਰਿਮੰਦਰ ਸਾਹਿਬ ਦੇ ਬਾਰੇ ਕੁਝ ਵਿਚਾਰ ਆਪ ਜੀ ਨਾਲ ਜ਼ਰੂਰ ਸਾਂਝੇ ਕਰਨ ਦੀ ਖੁਸ਼ੀ ਲਵਾਂਗੇ। ਪਰ ਜਿਹੜੀ ਬਹੁਤ ਹੀ ਮਹੱਤਵਪੂਰਨ ਘਟਨਾ ਵਾਪਰੀ ਹੈ ਔਰ ਇਸ ਨੇ ਪੂਰੀ ਕੌਮ ਦੇ ਵਿਸ਼ਵਾਸ ਨੂੰ ਝਕਝੋਰ ਕੇ ਰੱਖ ਦਿੱਤਾ ਹੈ। ਦਰਅਸਲ ਵਿਸਾਹਘਾਤ ਕਹਿ ਲਿਆ ਜਾਏ ਜਾਂ ਜਿਸ ਦੇ ਉੱਤੇ ਭਰੋਸਾ ਕੀਤਾ ਜਾਏ, ਅਗਰ ਉਸ ਦੇ ਵੱਲੋਂ ਕੋਈ ਐਸੀ ਘਟਨਾ ਵਾਪਰ ਜਾਏ ਤਾਂ ਉਸ ਦੀ ਠੀਸ ਬਹੁਤ ਉੱਠਦੀ ਹੈ। 1984 ਦੇ ਬਦਨਾਮ ਸਾਕਾ ਨੀਲਾ ਤਾਰਾ ਕੱਲੂਕਾਰਾ, ਜਿਸ ਦੇ ਵਿੱਚ ਭਾਰਤੀ ਫੌਜ ਨੇ ਪੂਰੀ ਸ਼ਿੱਦਤ ਦੇ ਨਾਲ, ਪੂਰੀ ਤਾਕਤ ਦੇ ਨਾਲ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਹ ਬਿਲਕੁਲ ਇੱਕ ਵੱਖਰਾ ਪੱਖ ਹੈ। ਪਰ ਉਸ ਦੇ ਵਿੱਚ ਤੱਥਾਂ ਦਾ ਸਾਹਮਣੇ ਆਉਣਾ ਔਰ ਅਧਿਕਾਰਤ ਰੂਪ ਵਿੱਚ ਤੱਥਾਂ ਦਾ ਸਾਹਮਣੇ ਆਉਣਾ ਕਿ ਇਸ ਸਾਰੇ ਹਮਲੇ ਦੇ ਵਿੱਚ ਰਾਏ ਦੇਣ ਲਈ ਆਪਣੀ ਬਰਤਾਨੀਆ ਸਰਕਾਰ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ, ਉਹਨਾਂ ਦੀ ਸਰਕਾਰ ਨੇ ਪੂਰੀ ਭਾਰਤ ਸਰਕਾਰ ਦੇ ਨਾਲ ਮਦਦ ਕੀਤੀ, ਉਹਨਾਂ ਨੂੰ ਰਾਏ ਦਿੱਤੀ ਔਰ ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਔਰ ਇਹ ਜਾਣਦਿਆਂ ਹੋਇਆਂ ਵੀ ਕਿ ਇਸ ਦਾ ਅਸਰ ਆਉਣ ਵਾਲੇ ਸਮੇਂ ਦੇ ਉੱਤੇ ਕੀ ਹੋਏਗਾ, ਇਹ ਵੀ ਕਿਹਾ ਗਿਆ ਕਿ ਜੇਕਰ ਇਹ ਗੱਲ ਉਜਾਗਰ ਹੁੰਦੀ ਹੈ ਤਾਂ ਇਸ ਦਾ ਮਾੜਾ ਅਸਰ ਵੀ ਪੈ ਸਕਦਾ ਹੈ। ਦਰਅਸਲ ਇਹ ਇੱਕ ਐਸੀ ਖਬਰ ਹੈ ਜਿਸ ਨੇ ਸਾਰੀ ਦੁਨੀਆ ਦੇ ਹੱਕ ਪਸੰਦ ਲੋਕਾਂ ਨੂੰ ਝਕਝੋਰ ਕੇ ਰੱਖ ਦਿੱਤਾ ਹੈ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਕਿ ਯੂਰਪ, ਬਰਤਾਨੀਆ ਔਰ ਦੂਜੇ ਪੱਛਮੀ ਦੇਸ਼ ਮਨੁੱਖੀ ਹੱਕਾਂ ਦੇ ਅਲੰਬਰਦਾਰ ਹਨ, ਉਹਨਾਂ ਦੇ ਰਾਖੇ ਹਨ। ਪਰ ਇੱਕ ਬਹੁਤ ਹੀ ਛੋਟੀ ਜਿਹੀ ਕੌਮ, ਜਿਨ੍ਹਾਂ ਦੀ ਗਿਣਤੀ ਬਿਲਕੁਲ ਨਿਗੂਣੀ ਜਿਹੀ ਹੈ ਔਰ ਜਿਨ੍ਹਾਂ ਦਾ ਬਰਤਾਨੀਆ ਦੇ ਨਾਲ ਸ਼ੁਰੂ ਤੋਂ ਹੀ ਤਲਕ ਰਿਹਾ, ਜਦੋਂ ਤੋਂ ਉਹਨਾਂ ਨੇ ਏਸ਼ੀਆ ਦੇ ਵਿੱਚ ਕਦਮ ਰੱਖਿਆ, ਚਾਹੇ ਉਹ ਅਫਗਾਨਿਸਤਾਨ ਵਿੱਚ ਹੋਏ ਜਾਂ ਪੂਰਬੀ ਇਲਾਕਿਆਂ ਦੇ ਵਿੱਚ ਬਰਮਾ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਹੋਏ, ਔਰ ਉਸ ਤੋਂ ਪਹਿਲਾਂ ਵੀ ਪਹਿਲੀ ਵਿਸ਼ਵ ਜੰਗ ਦੇ ਵਿੱਚ ਵੀ
ਸਾਰੀ ਦੁਨੀਆ ਵਿੱਚ ਉਹਨਾਂ ਨੇ ਸਿੱਖਾਂ ਦੀ ਮਦਦ ਲਈ। ਜਿੱਥੇ ਜਿੱਥੇ ਲੋੜ ਪਈ ਸਿੱਖਾਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ। ਦੂਜੀ ਵਿਸ਼ਵ ਜੰਗ ਦੇ ਵਿੱਚ ਵੀ, ਦੂਜੀ ਵਰਲਡ ਵਾਰ ਦੇ ਵਿੱਚ ਵੀ ਜੋ ਕੁਝ ਸਿੱਖਾਂ ਨੇ ਕਾਰਨਾਮੇ ਕੀਤੇ, ਔਰ ਖ਼ਾਸ ਕਰਕੇ ਅਫਗਾਨਿਸਤਾਨ ਦੇ ਵਿੱਚ, ਪਠਾਨਿਸਤਾਨ ਦੇ ਵਿੱਚ, ਜਿੱਥੇ ਇਹਨਾਂ ਦੇ ਕੋਲੋਂ ਕੁਝ ਕਾਬੂ ਨਹੀਂ ਸੀ ਆ ਰਿਹਾ, ਸਾਰਾ ਗੜੀ ਦੀਆਂ ਵਾਰਦਾਤਾਂ ਜਿਹੜੀਆਂ ਉੱਥੇ ਹੋਈਆਂ, ਜੋ ਕੁਝ ਉੱਥੇ ਸੂਰਮਕਤਾਈ ਦੀਆਂ ਗੱਲਾਂ ਹੋਈਆਂ, ਉਸਨੇ ਇਤਿਹਾਸਕਾਰਾਂ ਨੂੰ ਔਰ ਖ਼ਾਸ ਕਰਕੇ ਪੱਛਮ ਦੇ ਇਤਿਹਾਸਕਾਰਾਂ ਨੂੰ ਵੀ ਮੰਨਣ ਲਈ ਮਜਬੂਰ ਕਰ ਦਿੱਤਾ ਕਿ ਐਸੀ ਵਫਾਦਾਰ ਔਰ ਬਹਾਦਰ ਕੌਮ ਕੋਈ ਨਹੀਂ ਹੈ। ਪਰ ਉਸ ਕੌਮ ਦੀ ਵਫਾਦਾਰੀ ਦਾ ਇਸ ਤਰੀਕੇ ਦੇ ਨਾਲ ਸਿਲਸਿਲਾ ਦੇਣਾ, ਜੇਕਰ ਬਰਤਾਨੀਆ ਸਰਕਾਰ ਉਸ ਵੇਲੇ ਚਾਹੁੰਦੀ ਤਾਂ ਜ਼ਰੂਰ ਆਪਣਾ ਅਸਰ ਰਸੂਖ ਵਰਤ ਕੇ ਇਸ ਗੱਲ ਨੂੰ ਰੁਕਵਾ ਸਕਦੀ ਸੀ, ਇਸ ਗੱਲ ਦੇ ਲਈ ਸਹੀ ਰਾਏ ਦੇ ਸਕਦੀ ਸੀ। ਪਰ ਇਹ ਸਮਝ ਤੋਂ ਬਾਹਰ ਹੈ ਕਿ ਕਿਉਂ ਹੋਇਆ। ਹੁਣ ਬਰਤਾਨੀਆ ਦੇ ਹੀ ਬ੍ਰਿਟਿਸ਼ MP ਔਰ ਇੱਕ ਸਿੱਖ ਮੈਂਬਰ ਆਫ ਹਾਊਸ ਆਫ ਲਾਰਡਸ, ਇਹਨਾਂ ਨੇ ਉਹਨਾਂ ਡਾਕੂਮੈਂਟਸ ਨੂੰ ਉਜਾਗਰ ਕੀਤਾ ਜਿਨ੍ਹਾਂ ਦੇ ਵਿੱਚ ਮਾਰਗਰਟ ਥੈਚਰ ਦੀ ਸਰਕਾਰ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨੂੰ ਹਰਿਮੰਦਰ ਸਾਹਿਬ ਵਿੱਚ ਦਰਬਾਰ ਸਾਹਿਬ ਦੇ ਉੱਤੇ ਕੀਤੇ ਹੋਏ ਹਮਲੇ ਦੇ ਵਿੱਚ ਮਦਦ ਕੀਤੀ। ਟੌਮ ਵਾਟਸਨ ਲੇਬਰ ਪਾਰਟੀ ਦੇ ਜਿਹੜੇ ਲਾਅ ਮੇਕਰ ਹਨ ਵੈਸਟ ਬ੍ਰੋਮਵਿਚ ਈਸਟ ਤੋਂ, ਅਤੇ ਲਾਰਡ ਇੰਦਰਜੀਤ ਸਿੰਘ, ਉਹਨਾਂ ਨੇ ਇਹ ਕਿਹਾ ਹੈ ਕਿ ਸਪੈਸ਼ਲ ਏਅਰ ਸਰਵਿਸਿਜ਼ ਜਿਹੜੀ ਕਿ ਬਰਤਾਨੀਆ ਦੀ ਬਹੁਤ ਇਲੀਟ ਸਰਵਿਸ ਹੈ, SAS ਜਿਸ ਨੂੰ ਕਹਿੰਦੇ ਹੈ, ਉਹਨਾਂ ਨੇ ਸਹਿਯੋਗ ਦਿੱਤਾ। ਪਰ ਸਰਕਾਰ ਨੇ ਪੂਰੀ ਜਾਣਕਾਰੀ ਅਜੇ ਨਹੀਂ ਦਿੱਤੀ। ਪਰ ਕੁਝ ਡਾਕੂਮੈਂਟ ਜਿਹੜੇ ਆਏ ਹਨ ਉਹਨਾਂ ਦੇ ਹਵਾਲੇ ਦੇ ਨਾਲ ਹੀ ਇਹ ਬਹੁਤ ਹੀ ਅਫਸੋਸਨਾਕ ਪੱਖ ਉਜਾਗਰ ਹੋਇਆ ਹੈ। 23 ਫਰਵਰੀ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਤਕਰੀਬਨ 4 ਮਹੀਨਾ ਪਹਿਲੇ ਹੀ ਸਰਕਾਰ ਨੇ ਚਿੱਠੀ ਲਿਖ ਕੇ, ਬਰਤਾਨੀਆ ਸਰਕਾਰ ਨੇ ਭਾਰਤ ਸਰਕਾਰ ਨੂੰ ਉਸ ਦੇ ਲਈ ਰਾਏ ਦਿੱਤੀ ਸੀ। ਹੁਣ ਉੱਥੋਂ ਦੀਆਂ ਵੱਖ-ਵੱਖ ਸੰਸਥਾਵਾਂ, ਵੱਖ-ਵੱਖ ਆਰਗੇਨਾਈਜੇਸ਼ਨਸ ਇਸ ਗੱਲ ਦੀ ਮੰਗ ਕਰ ਰਹੀਆਂ ਹਨ ਕਿ ਬਰਤਾਨੀਆ ਸਰਕਾਰ ਦੀ ਕਿੰਨੀ ਕੁ ਇਸ ਦੇ ਵਿੱਚ ਸ਼ਮੂਲੀਅਤ ਸੀ, ਕਿੰਨੀ ਕੁ ਭਾਈਵਾਲੀ ਸੀ, ਉਹਨਾਂ ਦਾ ਕੀ ਰੋਲ ਸੀ, ਇਸ ਨੂੰ ਸਾਰੇ ਨੂੰ ਉਜਾਗਰ ਕਰਨ ਦੀ ਲੋੜ ਹੈ। ਪਰ ਇੱਕ ਗੱਲ ਤਾਂ ਨਿਸ਼ਚਿਤ ਹੈ, ਜਿਹੜਾ ਅੱਜ ਤੱਕ ਇੱਕ ਭੁਲੇਖਾ ਜਾਂ ਇੱਕ ਆਮ ਤੌਰ ਦੇ ਉੱਤੇ ਇਹ ਮੰਨਿਆ ਜਾਂਦਾ ਸੀ ਕਿ ਇਹ ਪੱਛਮ ਦੀਆਂ ਸਰਕਾਰਾਂ ਸਿੱਖਾਂ ਦੇ ਨਾਲ ਘੱਟੋ ਘੱਟ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ, ਪਰ ਮਨੁੱਖੀ ਅਧਿਕਾਰਾਂ ਦੇ ਉੱਤੇ ਹਮਦਰਦੀ ਭਰਿਆ ਵਤੀਰਾ ਜ਼ਰੂਰ ਧਾਰਨ ਕਰਦੀਆਂ ਹਨ। ਪਰ ਜੇਕਰ ਇਤਿਹਾਸ ਤੋਂ ਨਜ਼ਰ ਮਾਰੀ ਜਾਏ, ਇਤਿਹਾਸ ਦੇ ਪੁਰਾਤਨ ਰੋਲ ਤੋਂ ਲੈ ਲਿਆ ਜਾਏ, ਜਦੋਂ ਤੋਂ ਸਿੱਖਾਂ ਦਾ ਵਾਸਤਾ ਅੰਗਰੇਜ਼ਾਂ ਦੇ ਨਾਲ ਪਿਆ, ਭਾਵੇਂ ਉਹ 1849 ਤੋਂ ਹੋਏ, ਜਿਹੜੀ ਕਿ ਐਂਗਲੋ ਸਿੱਖ ਵਾਰ ਤੋਂ ਲੈ ਲਿਆ ਜਾਏ, ਜਾਂ ਉਸ ਤੋਂ ਬਾਅਦ ਵੀ ਉਹਨਾਂ ਦਾ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਛੋਟੀ ਉਮਰ ਦੇ ਨਾਬਾਲਗ ਦਲੀਪ ਸਿੰਘ ਦੇ ਨਾਲ ਉਹਨਾਂ ਦਾ ਟਰੀਟੀ ਕਰ ਲੈਣੀ, ਇੱਕ ਨਾਬਾਲਗ ਬੱਚੇ ਦੇ ਨਾਲ ਜਿਹੜਾ ਉਹਨਾਂ ਦੇ ਕਬਜ਼ੇ ਵਿੱਚ ਹੈ ਉਸ ਦੇ ਨਾਲ ਟਰੀਟੀ ਕਰ ਲੈਣੀ ਕਿ ਅਸੀਂ ਸਿਰਫ ਦੇਖਭਾਲ ਕਰਾਂਗੇ, ਔਰ ਕੁਝ ਚਿਰ ਬਾਅਦ ਉਸ ਟਰੀਟੀ ਨੂੰ ਇਸ ਬਣਾ ਦੇ ਉੱਤੇ ਰੱਦ ਕਰ ਦੇਣਾ ਕਿ ਤੁਸੀਂ ਸ਼ਰਤਾਂ ਨਹੀਂ ਮੰਨੀਆਂ। ਇਹ ਸਰਾਸਰ ਧੋਖਾ ਸੀ। ਪਰ ਕਨਿੰਗਮ ਵਰਗੇ ਨੇ ਜਦੋਂ ਇਹ ਲਿਖਿਆ ਕਿ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਧੋਖੇ ਨਾਲ ਕੀਤਾ ਹੈ, ਨਾ ਕਿ ਬਹਾਦਰੀ ਦੇ ਨਾਲ, ਉਸ ਸਰ ਡੇਵਿਡ ਕਨਿੰਗਮ ਨੂੰ ਨੌਕਰੀ ਤੋਂ ਬਰਖਾਸਤ ਕੀਤਾ, ਔਰ ਜਿਸ ਦੀ ਮੌਤ ਵੀ ਇਸੇ ਕਰਕੇ ਹੋਈ। ਨਾ ਕੇਵਲ ਇੱਥੇ ਹੀ, ਜਦੋਂ ਬਰਤਾਨੀਆ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਪਾਵਨ ਸ਼ਸਤਰ, ਕਲਗੀ ਅਤੇ ਹੋਰ ਚੀਜ਼ਾਂ ਲੈ ਕੇ ਗਏ, ਔਰ ਕਿਤਨੀ ਇੱਕ ਅਫਸੋਸ ਦੀ ਗੱਲ ਹੈ, ਉਸ ਵੇਲੇ ਦੇ ਗਵਰਨਰ ਜਨਰਲ ਜੋ ਹਿੰਦੁਸਤਾਨ ਦੇ ਵਿੱਚ ਸੀ, ਉਸ ਨੂੰ ਉਹਨਾਂ ਨੇ ਤੋਹਫੇ ਦੇ ਤੌਰ ਦੇ ਉੱਤੇ ਦੇ ਦਿੱਤੇ। ਹਾਲੇ ਤੱਕ ਉਹ ਅਕਾਊਂਟ ਫਾਰ ਨਹੀਂ ਹੋਏ। ਉਸ ਤੋਂ ਬਾਅਦ ਗੁਰਦੁਆਰਾ ਰਿਫਾਰਮੈਂਟ ਮੂਵਮੈਂਟ ਦੇ ਵਿੱਚ ਇਹਨਾਂ ਦਾ ਰੋਲ, ਔਰ ਸਭ ਤੋਂ ਵੱਡੀ ਗੱਲ 1947 ਦੇ ਵਿੱਚ
ਜਦੋਂ ਐਡੀ ਵੱਡੀ ਵੰਡ ਹੋਣੀ ਹੈ ਉਸ ਖਿੱਤੇ ਦੀ, ਜਿਹਦੇ ਵਿੱਚ ਲੱਖਾਂ ਲੋਕ ਮਾਰੇ ਗਏ, ਨਿਰਦੋਸ਼ ਲੋਕ ਮਾਰੇ ਗਏ, ਪਰ ਰੈਡਕਲਿਫ ਕਮਿਸ਼ਨ ਵੱਲੋਂ ਸਮੇਂ ਸਿਰ ਬਾਉਂਡਰੀ ਤੈਅ ਨਾ ਕਰਨੀ ਔਰ ਬਲਕਿ ਦੇਸ਼ ਦਾ ਆਜ਼ਾਦੀ ਹੋ ਜਾਣ ਦੇ ਬਾਅਦ, ਬਟਵਾਰੇ ਦੇ ਬਾਅਦ ਉਹ ਕਮਿਸ਼ਨ ਦਾ ਐਵਾਰਡ ਦੱਸਣਾ ਕਿ ਇਸ ਦੇ ਲਈ ਸਿੱਧੀ ਸਿੱਧੀ ਇਹ ਰਾਜਨੀਤੀ ਸ਼ਾਮਲ ਨਹੀਂ ਸੀ, ਕਿ ਇਸ ਦਾ ਦੋਸ਼ ਇਸ ਬਦਨੀਤੀ ਜਾਂ ਇਸ ਰਾਜਨੀਤੀ ਨੂੰ ਨਹੀਂ ਜਾਣਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਇਸ ਦੇ ਉੱਤੇ ਬਹੁਤ ਕੁਝ ਹੋਏਗਾ ਔਰ ਬਹੁਤ ਕੁਝ ਕਿਹਾ ਵੀ ਜਾਏਗਾ। ਸ਼ਾਇਦ ਇਸ ਦੇ ਨਾਲ ਵੀ ਕੁਝ ਚੰਗਾ ਹੀ ਨਿਕਲ ਸਕੇ। ਤੁਸੀਂ ਇਸ ਦੇ ਬਾਰੇ ਜ਼ਰੂਰ ਆਪਣੇ ਵਿਚਾਰ ਦੇਣੇ ਕਿ ਇਹ ਜੋ ਕੁਝ ਹੋਇਆ ਹੈ ਇਸ ਦਾ ਕੀ ਅਸਰ ਪਏਗਾ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਨੀਂਹ ਰੱਖਣ ਦਾ, ਬੁਨਿਆਦ ਦਾ ਉਹ ਪਾਵਨ ਦਿਵਸ ਹੈ। 1 ਮਾਘ 1645, 3 ਜਨਵਰੀ 1588 ਨੂੰ ਦਰਬਾਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ। ਹਰ ਸਿੱਖ ਰੋਜ਼ ਅਰਦਾਸ ਕਰਦਾ ਹੈ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖਿਆ ਹੈ, ਹਮ ਵੀ ਸੁਦਾਸਰ ਜਾਵਨੇ ਕੀ ਭਾਵਨੀ ਰੱਖते हैं। ਮੇਰਾ ਵੀ ਚਿੱਤ ਕਰਦਾ ਹੈ ਕਿ ਮੈਂ ਅੰਮ੍ਰਿਤਸਰ ਸਾਹਿਬ ਜਾਵਾਂ। ਹਰਿਮੰਦਰ ਸਾਹਿਬ ਦੀ ਇਮਾਰਤ 500 ਫੁੱਟ ਲੰਬੀ, 490 ਫੁੱਟ ਚੌੜੀ ਔਰ 17 ਫੁੱਟ ਡੂੰਘੀ ਹੈ। ਜਿਹੜਾ ਪੁਲ ਹੈ ਜਿਸ ਨੂੰ ਪੁਰਸਲਾਤ ਵੀ ਕਿਹਾ ਜਾਂਦਾ ਹੈ, ਉਸ ਦੀ ਲੰਬਾਈ 240 ਫੁੱਟ ਹੈ ਔਰ 21 ਫੁੱਟ ਉਹ ਚੌੜੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜੋਤ ਵਿਗਾਸ ਵਿੱਚ ਕਹਿੰਦੇ ਹਨ, ਚੇ ਗੰਗਾ ਮੁਕਾਬਲ ਬ ਅੰਮ੍ਰਿਤ ਸਰਸ਼ ਕਿ ਹਰ ਜਸ ਤੋਂ ਸਸਤ ਆਮਦਾ ਚਾਕਰਸ। ਹਰਿਮੰਦਰ ਸਾਹਿਬ ਦੀ ਸਿਫਤ ਵਿੱਚ ਗੁਰੂ ਸਾਹਿਬ ਨੇ ਆਪ ਉਚਾਰਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋ ਜਗਾਵੇ। ਸੰਤਾਂ ਕੇ ਕਾਰਜ ਆਪ ਖਲੋਇਆ। ਜਦੋਂ ਇਸ ਦੀ ਸੰਪੂਰਨਤਾ ਹੋਈ ਤਾਂ ਮੁੱਖ ਵਾਕ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਔਰ ਕਮਾਲ ਦੀ ਗੱਲ ਇਹ ਹੈ ਕਿ ਇੱਕ ਲਫ਼ਜ਼ ਸ਼ਾਇਦ ਵਿਚਿੱਤਰ ਸੰਜੋਗ ਹੈ। ਪਵਿੱਤਰ ਕੁਰਾਨ ਮਜੀਦ ਦੇ ਵਿੱਚ ਮੋਮਿਨਾਂ ਲਈ ਇੱਕ ਇਮਾਰਤ ਦਾ ਨਕਸ਼ਾ ਦਿੱਤਾ ਹੈ, ਜਿਹੜੀ ਉਹਨਾਂ ਨੂੰ ਜੰਨਤ ਦੇ ਵਿੱਚ ਨਸੀਬ ਹੋਏਗੀ। ਉਸ ਇਮਾਰਤ ਦੇ ਬਾਰੇ ਲਿਖਿਆ ਹੈ ਕਿ ਉਹ ਬਹੁ ਮੰਜ਼ਲੀ ਇਮਾਰਤ ਹੋਏਗੀ, ਉਸ ਦੀਆਂ ਬਹੁਤ ਅਟਾਰੀਆਂ ਹੋਣਗੀਆਂ, ਕਾਫੀ ਖਿੜਕੀਆਂ ਹੋਣਗੀਆਂ ਔਰ ਜਿਸ ਦੇ ਥੱਲੇ ਪਾਣੀ ਵਗਦਾ ਹੋਏਗਾ। ਕਾਸ਼ ਅਹਿਮਦ ਸ਼ਾਹ ਅਬਦਾਲੀ ਔਰ ਰੰਗੜਾ ਨੇ ਕੁਰਾਨ ਦੀ ਉਸ ਆਇਤ ਨੂੰ ਪੜ੍ਹ ਕੇ ਸਾਕਸ਼ਾਤ ਹਰਿਮੰਦਰ ਸਾਹਿਬ ਦੇ ਉਸ ਨਕਸ਼ੇ ਨੂੰ ਦੇਖਿਆ ਹੁੰਦਾ, ਜਿਹੜਾ ਕੁਰਾਨ ਦੇ ਵਿੱਚ ਮੂਮਿਨਾਂ ਲਈ ਜੰਨਤ ਵਿੱਚ ਦੱਸਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਇੱਕ ਦਫਾ ਸਿੱਖਾਂ ਨੇ ਕਿਹਾ ਸੀ ਕਿ ਸਾਨੂੰ ਆਮ ਤੌਰ ਦੇ ਉੱਤੇ ਬ੍ਰਾਹਮਣ ਕਹਿੰਦੇ ਹੈ ਕਿ ਤੁਸੀਂ ਐਡੀ ਵੱਡੀ ਗੰਗਾ ਛੱਡ ਕੇ ਹਰਿਮੰਦਰ ਸਾਹਿਬ ਛੱਪੜ ਦੇ ਵਿੱਚ ਕਿਉਂ ਨਹਾਉਣ ਜਾਂਦੇ ਹੋ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਲਿਖਿਆ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਵਾਈ। ਉਹ ਕਹਿਣ ਲੱਗੇ, ਹਰਿਮੰਦਰ ਸਾਹਿਬ ਦੀ ਕੋਈ ਮਹੱਤਤਾ ਨਹੀਂ, ਪਰ ਇਸ ਦੇ ਵਿੱਚ, ਇਸ ਜਲ ਦੇ ਵਿਚਕਾਰ ਜਿਹੜਾ 24 ਘੰਟੇ ਕੀਰਤਨ ਔਰ ਜਿਹੜਾ ਗੁਰਬਾਣੀ ਦਾ ਪਾਠ ਹੋ ਰਿਹਾ ਹੁੰਦਾ, ਉਸ ਦੇ ਨਾਲ ਇਹ ਜਲ ਅੰਮ੍ਰਿਤ ਬਣ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਨੇ ਹੱਸ ਕੇ ਕਿਹਾ, ਤੁਸੀਂ ਗੰਗਾ ਜਾ ਕੇ ਕੀ ਕਰੋਗੇ, ਉਹ ਤਾਂ ਭੱਜੀ ਜਾ ਰਹੀ ਹੈ, ਖੁਦ ਵੀ ਸਮੁੰਦਰ ਵਿੱਚ ਡੁੱਬਣ ਲਈ। ਸੋ ਇਸ ਪਾਵਨ ਅਸਥਾਨ ਜਿਸ ਦੀ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨੀਂਹ ਰੱਖੀ, ਉਸ ਦੇ ਬਾਰੇ ਕਿਤਨਾ ਸੁੰਦਰ ਕਿਹਾ ਗਿਆ, हरिमंदिर की बुनियाद की ईंट दे रही है गवाही कि कभी अहले मज़ाहब में थी दोस्ती मुस्कुराई। सो इस महान स्थान ਨੂੰ ਜਿਹਦੇ ਬਾਰੇ ਰੋਜ਼ ਅਰਦਾਸ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਫਿਰ ਉਸ ਦਾ ਧਿਆਨ ਧਰਦੇ ਹੋਏ ਅਸੀਂ ਨਤਮਸਤਕ ਹੋਈਏ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ ਕਰ ਸਕੀਏ।
Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ते अपनी पसंद दा फर्नीचर खरीदो. बलिंदर सिंह जी नु आज कॉल करो 7188494530 or 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ. ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ. ਜਲਦੀ tax file ਕਰੋ ਅਤੇ ਜਲਦੀ ਹੀ ਫੰਡ ਪਾਓ. Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ. ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲਿਮੋਜ਼ੀਨ ਦੇ ਸਪੈਸ਼ਲਿਸਟ. ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ. ਅਸੀਂ ਕਰਾਂਗੇ ਸੇਵ ਤੁਹਾਡੀ ਮਨੀ. ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ. ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ. अरे हुजूर, सुबह सुबह इतना खूबसूरत तोहफा खास है रसमलाई। वाह, देसी काजू के दानों से बनी दूध मलाई और मिठास हल्की सी। काजू कतली, बम्बई सलाई। नहीं अंकल जी, शामियाना मिठाई मेड इन अमेरिका. शामियाना मिठाई Made pure, made fresh, made here. जो भी पके ऐसा पके जहाँ भी जो हो खींचा चला आए MBH मसाले. किचन किंग हो या गरम मसाला, पाव भाजी या चंकी चाट मसाला, असली मसाले सच सच MBH. शुक्र है लक्ष्मी लोअर जीआई वैल्यू बासमती राइस फॉर पीपल विद डायबिटीज आया है. अब दादाजी को थोड़ी तो वैरायटी मिलनी चाहिए ना खाने में. दादाजी, दाल चावल जैसी तो दुनिया में कोई चीज ही नहीं. बस थोड़ी खीर भी मिल जाती तो. लक्ष्मी लोअर जीआई वैल्यू बासमती राइस है खास डायबिटिक्स के लिए. अब कम से कम लाइफ में खाने की खुशी मिलनी ही चाहिए ना. लक्ष्मी लोअर जीआई वैल्यू बासमती राइस खास तौर पर डायबिटिक्स के लिए. अरे तुमने मेरे हाथ के पकौड़े नहीं खाए. तुम अपने आशिकों को छोड़ हमें मौका दोगी तब ना. लक्ष्मी खांडवी तो मैं बनाती थी, स्पेशली गांव से देसी बेसन मंगवाकर. क्यों यहाँ का बेसन नहीं चलता? यहाँ के बेसन में वो बात कहाँ. पर ये तो लक्ष्मी है. इनको लक्ष्मी के बारे में बताने की जरूरत नहीं. लक्ष्मी बेसन कहाँ मिलता है? आंटी जी, किसी भी इंडियन स्टोर में. लक्ष्मी बेसन. Made pure, made fresh, made here. नक्षत्र. Only at Raj Jewels, Bansal Group. मिराज बैंकेट हॉल एंड रेस्टोरेंट. वेडिंग होवे या बर्थडे पार्टी, मिराज है परफेक्ट हर सेलिब्रेशन ਲਈ. मिराज इंडियन क्यूजिन विद प्रॉपर सिटिंग फैसिलिटी. विजिटर्स ਲਈ प्राइवेट पार्किंग फैसिलिटी भी अवेलेबल है.
Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਰਾਜਨੀਤਿਕ, ਧਾਰਮਿਕ, ਸਮਾਜਿਕ ਵੱਖ-ਵੱਖ ਮੁੱਦਿਆਂ ਨੂੰ ਪੇਸ਼ ਕਰਦੇ ਆ ਰਹੇ ਹਾਂ ਔਰ ਉਸ ਦੇ ਵਿੱਚ ਸਾਡੇ ਨਾਲ ਬਹੁਤ ਸਹਿਯੋਗ ਦਿੰਦੇ ਰਹੇ ਔਰ ਕਈ ਮੁੱਦਿਆਂ ਦੇ ਉੱਤੇ ਬਹੁਤ ਹੀ ਬੇਬਾਕੀ ਦੇ ਨਾਲ ਆਪਣੇ ਸਾਰੇ ਵਿਚਾਰ ਪ੍ਰਗਟ ਕਰਦੇ ਰਹੇ ਔਰ ਜਿਹੜੇ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਨੀਅਰ ਐਡਵੋਕੇਟ ਸਰਦਾਰ HS ਫੂਲਕਾ ਨਾ ਕੇਵਲ ਇੱਕ ਬਤੌਰੇ ਵਕੀਲ ਦੇ ਬਲਕਿ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ 1984 ਦੇ ਬਦਨਾਮ ਸਿੱਖ ਕਤਲੇਆਮ ਦੇ ਜੈਨੋਸਾਈਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਹਨਾਂ ਨੂੰ ਕੋਰਟ ਦੇ ਵਿੱਚ ਤਰੀਕਿਆ ਔਰ ਕਈ ਵਾਰ ਤੁਹਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਆਏ। ਅੱਜ ਉਹ ਵਕੀਲ ਦੇ ਨਾਲ ਨਾਲ ਇੱਕ ਪਾਰਟੀ ਦੇ ਇੱਕ ਰਾਜਨੀਤਿਕ ਲੀਡਰ ਦੇ ਤੌਰ ਦੇ ਉੱਤੇ ਵੀ ਸਾਡੇ ਨਾਲ ਹੈ। ਅਸੀਂ ਸਵਾਗਤ ਕਰਦੇ ਹਾਂ ਸਰਦਾਰ HS ਫੂਲਕਾ ਜੀ ਦਾ, ਜਿਹੜੇ ਦਿੱਲੀ ਤੋਂ ਸਾਡੇ ਨਾਲ ਜੁੜੇ ਹਨ। ਫੂਲਕਾ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਬਹੁਤ ਬਹੁਤ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬਾ ਜੀ, ਮੇਰੇ ਵੱਲੋਂ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੁਹਾਨੂੰ ਇਤਰਾਜ਼ ਤਾਂ ਨਹੀਂ ਹੋਏਗਾ ਕਿਉਂਕਿ ਪਹਿਲੇ ਤੁਸੀਂ ਵਕੀਲ ਸੀ, ਹੁਣ ਤੁਸੀਂ ਪੋਲੀਟੀਸ਼ੀਅਨ ਵੀ ਬਣ ਗਏ, ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕਰ ਲਈ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਮੈਂ ਪਹਿਲੇ ਵੀ ਐਕਟਿਵਿਸਟ ਸੀ ਤੇ ਹੁਣ ਵੀ ਐਕਟਿਵਿਸਟ ਹੀ ਰਹਾਂਗਾ। ਜੀ ਜੀ। ਅੱਜ ਕੱਲ ਜੋ ਪੋਲੀਟੀਸ਼ੀਅਨ ਦੀ ਡੈਫੀਨੇਸ਼ਨ ਹੋ ਗਈ ਹੈ ਨਾ, ਉਹ ਪੋਲੀਟੀਸ਼ੀਅਨ ਬਣਦੇ ਆ ਕੋਈ ਆਪਣੀ ਪਾਵਰ ਹਾਸਲ ਕਰਨ ਲਈ ਜਾਂ ਸੱਤਾ ਵਿੱਚ ਆਉਣ ਲਈ। ਜੀ ਜੀ। ਮੈਨੂੰ ਬਿਲਕੁਲ ਕੋਈ ਲਾਲਚ ਨਹੀਂ, ਕੋਈ ਸੱਤਾ ਚਾਹੁੰਦਾ, ਕੋਈ ਪਾਵਰ ਚਾਹੁੰਦਾ। ਜੀ 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 ਜੀ। ਅਗਰ ਮੈਂ ਪੋਲੀਟਿਕਸ ਦੇ ਵਿੱਚ ਆਇਆ, ਪਾਰਟੀ ਜੁਆਇਨ ਕੀਤੀ ਆ ਤਾਂ ਰਿਫਾਰਮਸ ਕਰਨ ਲਈ ਕੀਤੀ ਆ, ਜੀ ਸੁਧਾਰ ਕਰਨ ਲਈ ਕੀਤੀ ਆ ਜੀ, ਕਿ ਇੱਥੇ ਇਸ ਟਾਈਮ ਸਾਰੇ ਇੰਡੀਆ ਦੇ ਵਿੱਚ ਇੱਕ ਕ੍ਰਾਂਤੀ ਆ ਗਈ ਆ, ਰੈਵੋਲੂਸ਼ਨ ਆ ਗਿਆ ਹੈ ਔਰ ਇਹ ਰੈਵੋਲੂਸ਼ਨ ਤੋਂ ਕਿਤੇ ਪੰਜਾਬ ਵਾਂਝਾ ਨਾ ਰਹਿ ਜੇ। ਅਸੀਂ ਪੰਜਾਬ ਦੇ ਵਿੱਚ ਵੀ ਇਹੀ ਬਦਲਾਅ ਲਿਆਣਾ, ਰੈਵੋਲੂਸ਼ਨ ਲਿਆਣਾ, ਕਿਉਂਕਿ ਪੰਜਾਬ ਦਾ ਬੜਾ ਬੁਰਾ ਹਾਲ ਹੈ। ਜੀ ਜੀ। ਔਰ ਮੇਰਾ ਇਰਾਦਾ ਹੈ ਕਿ ਮੈਂ ਸ਼ਾਇਦ ਇਲੈਕਸ਼ਨ ਵੀ ਨਾ ਲੜਾਂ, ਕਿਉਂਕਿ ਮੈਂ ਪਾਰਟੀ ਨੂੰ ਕਹਤਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਜਾ ਕੇ ਕਨਵੈਂਸਿੰਗ ਕਰਾਂ ਜਗ੍ਹਾ ਜਗ੍ਹਾ ਤੇ ਸਾਰੇ ਪੰਜਾਬ ਵਿੱਚ ਤੇ ਹੋਰ ਵੀ ਜਿੱਥੇ ਤੁਸੀਂ ਚਾਹੁੰਦੇ ਹੋ, ਤਾਂ ਮੈਨੂੰ ਇੱਕ ਸੀਟ ਤੇ ਨਾ ਬੰਨੋ। ਹਾਂਜੀ ਹਾਂਜੀ। ਤੇ ਮੈਨੂੰ ਕੋਈ ਲਾਲਚ ਨਹੀਂ ਹੈ, ਬਿਲਕੁਲ ਸੱਤਾ ਚਾਹੁੰਦਾ ਜੀ। ਐਜ਼ ਏ ਐਕਟਿਵਿਸਟ ਕੰਮ ਕੀਤਾ ਜੀ ਔਰ ਐਜ਼ ਏ ਐਕਟਿਵਿਸਟ ਹੀ ਕਰਾਂਗੇ ਜੀ। ਔਰ ਇਹ ਵੀ ਜਿਹੜੀ ਪਾਰਟੀ ਹੈ ਨਾ, ਹਾਂਜੀ, ਇਹ ਵੀ ਐਕਟਿਵਿਸਟਾਂ ਦੀ ਪਾਰਟੀ ਆ। ਠੀਕ ਹੈ। ਸਾਰੇ ਸੋਸ਼ਲ ਐਕਟਿਵਿਸਟਾਂ ਨੇ ਇਕੱਠੇ ਹੋ ਕੇ ਪਾਰਟੀ ਬਣਾਈ ਹੈ, ਪਹਿਲੀ ਵਾਰੀ ਇਹ ਦੇਸ਼ ਵਿੱਚ ਹੋਇਆ। ਔਰ ਇਹਨਾਂ ਨੂੰ ਵੀ ਕਿਸੇ ਨੂੰ ਸੱਤਾ ਦਾ ਲਾਲਚ ਨਹੀਂ ਹੈ, ਇਹ ਸਿਰਫ ਸੁਧਾਰ ਕਰਨ ਲਈ, ਬਦਲਾਅ ਕਰਨ ਲਈ। ਠੀਕ ਹੈ। ਕਿਉਂਕਿ ਇੰਨੀ ਕੁ ਜ਼ਿਆਦਾ ਇਹ ਇੱਥੇ ਬੁਰਾ ਹਾਲ ਹੋ ਗਿਆ ਸੀ ਇਹ ਪੋਲੀਟੀਕਲ ਸਿਸਟਮ ਦਾ, ਜੀ, ਇੰਨੀ ਕਰਪਸ਼ਨ ਹੋ ਗਈ ਕਿ ਜਿਵੇਂ ਘੜਾ ਪੂਰਾ ਭਰ ਚੁੱਕਿਆ ਨਾ, ਉਹ ਹਾਲ ਸੀ। ਜੀ ਜੀ ਜੀ। ਉਸ ਨੂੰ ਬਦਲਾਅ ਲਿਆਉਣ ਲਈ ਕਿਸੇ ਨਾ ਕਿਸੇ ਨੇ ਅੱਗੇ ਆਉਣਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਕੇ ਹੁਣ ਅੱਗੇ ਆਏ ਨੇ ਜੀ। ਔਰ ਇਹ ਸਾਡੇ ਵਾਸਤੇ ਵੀ ਬਹੁਤ ਅੱਛਾ ਮੌਕਾ ਹੈ। ਹਾਂਜੀ। ਕਿ ਹਮੇਸ਼ਾ ਹੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜੇ ਤੁਸੀਂ ਖਾਸ ਕਰਕੇ ਬਾਹਰ ਬੈਠੇ ਹੋ ਪੰਜਾਬੀ, ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੋ ਜੀ। ਇਹ ਹੁਣ ਮੌਕਾ ਹੈ ਪੰਜਾਬ ਦੇ ਵਿੱਚ ਸੁਧਾਰ ਲਿਆਉਣ ਦਾ। ਠੀਕ ਹੈ। ਦਿੱਲੀ ਦਾ ਹਾਲ ਦੇਖ ਲਓ, ਜਦੋਂ ਦੀ ਇਹ ਸਰਕਾਰ ਬਣੀ ਆ ਉਦੋਂ ਦਾ ਦਫ਼ਤਰਾਂ ਦਾ ਮਾਹੌਲ ਹੀ ਬਦਲਿਆ ਪਿਆ। ਜੀ। ਪੂਰਾ ਮਾਹੌਲ ਬਦਲਿਆ ਪਿਆ ਜੀ। ਮਤਲਬ ਕਿ ਜਿਹੜੇ ਪਹਿਲਾਂ ਬਿਨਾਂ ਪੈਸੇ ਤੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ ਕੰਮ ਕਰਨ ਲਈ, ਅੱਜ ਕੱਲ ਮਤਲਬ ਕਿ ਉਹ ਤੁਸੀਂ ਉੱਥੇ ਦਫ਼ਤਰਾਂ 'ਚ ਜਾ ਕੇ ਕਹੋ ਵੀ ਨਾ, ਉਹ ਲਾਈਨ ਨੂੰ ਤਿਆਰ ਨਹੀਂ ਹੁੰਦੇ ਸੀ।
ਇਹ ਪੂਰਾ ਮਾਹੌਲ ਬਦਲਿਆ। ਇਹੋ ਜਿਹਾ ਮਾਹੌਲ ਅਸੀਂ ਪੰਜਾਬ ਦੇ ਵਿੱਚ ਹੀ ਬਣਾਉਣਾ। ਪੰਜਾਬ ਤਾਂ ਬੜਾ ਹੀ ਬੁਰਾ ਹਾਲ ਹੈ ਜੀ, ਦਿੱਲੀ ਨਾਲੋਂ ਕਿਤੇ ਬੁਰਾ ਹਾਲ ਆ। ਫੁਲਕਾ ਸਾਹਿਬ, ਮੈਂ ਇਹਦੇ 'ਚ ਇੱਕ ਗੱਲ ਤੁਸੀਂ ਜਿਹੜੀ ਸ਼ੁਰੂ 'ਚ ਕਹੀ, ਤੁਸੀਂ ਕਿਹਾ ਕਿ ਪਾਵਰ ਦੇ ਨਾਲ ਕੋਈ ਮਤਲਬ ਨਹੀਂ ਹੈ, ਸਿਰਫ ਐਜ਼ ਐਨ ਐਕਟਿਵਿਸਟ, ਪਰ ਕਿਸੇ ਐਕਟਿਵਿਜ਼ਮ ਲਈ ਵੀ, ਕਿਸੇ ਕੰਮ ਕਰਾਉਣ ਲਈ ਵੀ ਤੇ ਪਾਵਰ ਤੇ ਚਾਹੀਦੀ ਹੈ। ਔਰ ਜੇ ਹੁਣ ਪਾਵਰ ਆਈ ਹੈ ਤਾਂ ਹੀ ਤਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਆਪਣਾ ਏਜੰਡਾ ਲਾਗੂ ਕਰ ਸਕੇਗੀ। ਸੋ ਕੀ ਪਾਵਰ ਤੋਂ ਇੰਨੀ ਐਲਰਜੀ ਕਿਉਂ ਹੈ ਕਿ ਜੇ ਪਾਵਰ ਲਈ ਹੀ ਕੰਮ ਕੀਤਾ ਜਾਏ, ਪਾਵਰ ਲੈ ਕੇ ਹੀ ਵੀ ਤਾਂ ਕੰਮ ਕੀਤਾ ਜਾ ਸਕਦਾ? ਪਾਵਰ ਤੋਂ ਐਲਰਜੀ ਨਹੀਂ ਹੈ, ਹਾਂਜੀ, ਪਰ ਮੈਂ ਜੋ ਤੁਹਾਨੂੰ ਦੱਸਿਆ ਕਿ ਪਾਵਰ ਦੇ ਵਿੱਚ ਤਾਂ ਆਏਗੀ, ਪਾਰਟੀ ਆਏਗੀ, ਮੈਨੂੰ ਲਾਲਚ ਨਹੀਂ ਹੈ। ਠੀਕ ਹੈ, ਇੰਡੀਵਿਜੂਅਲ ਤੌਰ ਤੇ ਮੈਂ ਤੁਹਾਨੂੰ ਪਹਿਲੀ ਗੱਲ ਆਪਣੀ ਗੱਲ ਕਹੀ ਆ। ਔਰ ਦੂਜੀ ਗੱਲ, ਜੋ ਸਾਡਾ ਟੀਚਾ ਹੈ, ਜੋ ਆਬਜੈਕਟ ਹੈ, ਉਹ ਪਾਵਰ 'ਚ ਆਉਣਾ ਨਹੀਂ ਹੈ। ਜੇਕਰ ਗਲਤ ਕੰਮ ਕਰਕੇ ਆਪਣੇ ਅਸੂਲਾਂ ਤੋਂ ਪਰੇ ਹੋ ਕੇ ਸ਼ਰਾਬਾਂ ਤੇ ਨਸ਼ੇ ਵੰਡ ਕੇ ਤੇ ਇਹ ਪਾਵਰ ਵਿੱਚ ਵੀ ਆ ਗਏ ਤਾਂ ਉਹ ਸਾਡੀ ਹਾਰ ਹੋਏਗੀ। ਜੀ ਜੀ ਜੀ, ਬਹੁਤ ਵੱਡੀ ਹਾਰ ਹੋਏਗੀ ਜੀ। ਔਰ ਜੇਕਰ ਅਸੀਂ ਆਪਣੇ ਅਸੂਲਾਂ ਦੀ ਲੜਾਈ ਲੜ ਕੇ ਔਰ ਇੱਥੋਂ ਮਤਲਬ ਕਿ ਇੱਥੇ ਬਦਲਾਵ ਲਿਆਉਣ ਦੇ ਵਿੱਚ ਕਾਮਯਾਬ ਹੋਵੇ, ਚਾਹੇ ਇਲੈਕਸ਼ਨ ਨਾ ਵੀ ਜਿੱਤੀਏ ਤਾਂ ਸਾਡੀ ਜਿੱਤ ਹੋਏਗੀ। ਜੀ ਫੁਲਕਾ ਸਾਹਿਬ, ਇੱਕ ਗੱਲ ਬੜੀ ਛੋਟਾ ਜਿਹਾ ਸਵਾਲ ਹੈ, ਕੋਈ ਨੈਗੇਟਿਵ ਅਪਰੋਚ ਨਹੀਂ ਹੈ, ਕਿਉਂਕਿ ਦਿੱਲੀ ਦੇ ਵਿੱਚ ਅਜੇ ਸਿਰਫ ਸ਼ੁਰੂਆਤ ਹੋਈ ਹੈ ਔਰ ਉਹ ਵੀ ਜਿਹੜੀ ਸਰਕਾਰ ਹੈ, ਇਸ ਵਿੱਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਦੇ ਰਹਿਮੋ ਕਰਮ 'ਤੇ ਹੈ। ਜਦੋਂ ਮਰਜ਼ੀ ਅਗਰ ਕਿਸੇ ਵੇਲੇ ਵੀ ਨੋ ਕੌਨਫੀਡੈਂਸ ਜਾਂ ਕੁਛ ਵੀ ਹੁੰਦਾ ਹੈ, ਅਗਰ ਉਹ ਵੋਟਾਂ ਦੀ ਗਿਣਤੀ, ਵੋਟਾਂ ਦੀ ਰਾਜਨੀਤੀ ਹੈ। ਸੋ ਜਿੰਨੀ ਦੇਰ ਤੱਕ ਅਜੇ ਦਿੱਲੀ ਦੇ ਵਿੱਚ ਪੂਰਾ ਕਾਮਯਾਬ ਨਹੀਂ ਹੋਇਆ ਪੈਟਰਨ, ਤੁਹਾਡੀ ਪਾਰਟੀ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਸਾਰੇ ਹਿੰਦੁਸਤਾਨ ਵਿੱਚ ਕਰਨ ਦੀ, ਕੀ ਇਹ ਕਿਧਰੇ ਪੂਰਾ ਖਲੇਰਾ ਪਾਉਣ ਵਾਲੀ ਗੱਲ ਤੇ ਨਹੀਂ ਹੋ ਜਾਏਗੀ, ਇੱਕਦਮ ਹੀ ਸਾਰੇ ਪਾਸੇ ਖਲੇਰ ਲਿਆ ਜਾਏ? ਦੇਖੋ ਹੁਣ ਇਸ ਟਾਈਮ ਜਨਰਲ ਇਲੈਕਸ਼ਨ ਹੈ, ਇਸ ਤੋਂ ਬਾਅਦ 5 ਸਾਲ ਬਾਅਦ ਆਨੇ ਆ ਜੀ। ਹਰ ਜਗ੍ਹਾ ਤੋਂ ਆਵਾਜ਼ ਆ ਰਹੀ ਹੈ ਜੀ ਕਿ ਜੀ ਸਾਡੀ ਜਗ੍ਹਾ ਤੇ ਬਦਲਾਵ ਕਿਉਂ ਨਹੀਂ, ਸਾਡੀ ਸਟੇਟ ਦੇ ਵਿੱਚ ਰਿਫਾਰਮ ਕਿਉਂ ਨਹੀਂ। ਪਹਿਲਾਂ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਸਿਰਫ 70 ਸੀਟਾਂ ਲੜਾਂਗੇ। ਸ਼ੁਰੂ ਚ ਪਲੈਨਿੰਗ ਇਹ ਸੀ ਉੱਥੇ ਕੰਸੈਂਟਰੇਟ ਕਰਾਂਗੇ। ਇੰਨਾ ਕਿ ਜ਼ਿਆਦਾ ਓਵਰਵੈਲਮਿੰਗ ਰਿਸਪਾਂਸ ਲੋਕਾਂ ਦਾ, ਲੋਕਾਂ ਨੇ ਆ ਕੇ ਕਿਹਾ ਕਿਉਂ ਨਹੀਂ ਕਰਦੇ ਜੋ ਅਸੀਂ ਤੁਹਾਡੇ ਨਾਲ ਆ। ਉਹਦੇ ਕਰਕੇ ਜਾ ਕੇ ਪਬਲਿਕ ਪ੍ਰੈਸ਼ਰ, ਲੋਕਾਂ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਇਹ ਕਰਨਾ ਪਿਆ। ਠੀਕ ਹੈ। ਔਰ ਜਿੱਥੋਂ ਤੱਕ ਦਿੱਲੀ ਦੀ ਇੱਕ ਸਵਾਲ ਆ, ਦਿੱਲੀ ਦੇ ਵਿੱਚ ਤੁਸੀਂ ਦੇਖੋ, ਮੇਰਾ ਖਿਆਲ ਆ ਜਿੰਨੇ ਕੰਮ ਆ 15 ਦਿਨ ਦੇ ਵਿੱਚ ਸਰਕਾਰ ਨੇ ਕਰਤੇ ਆ, ਕਾਂਗਰਸ ਨੇ 15 ਸਾਲ ਚ ਵੀ ਨਹੀਂ ਕੀਤੇ ਹੋਣੇ, ਜੋ ਕਾਂਗਰਸ ਦੀ ਸਰਕਾਰ ਇੱਥੇ ਰਹੀ ਹੈ। ਜੀ ਜੀ, ਤੁਸੀਂ ਇਹ ਇੱਕੋ ਕੱਲ ਦੇ ਇੱਕੋ ਕਈ ਤੁਸੀਂ ਇੰਟਰਨੈਟ ਤੇ ਵੀ ਦੇਖਿਆ ਹੋਏਗਾ ਜੀ, ਔਰ ਇਹ ਪੇਪਰ ਦੇ ਵਿੱਚ ਵੀ ਆਇਆ ਕਿ ਕਹਿੰਦੇ ਆ ਜੀ ਕਿ ਇਹ ਤੁਸੀਂ ਬਿਜਲੀ ਪਾਣੀ ਦੇ ਵਿੱਚ ਦੇਤਾ। ਬਿਜਲੀ ਪਾਣੀ ਦੇ ਦੇਣ ਦੇ ਵਿੱਚ ਉਹ ਟੋਟਲ ਜਿਹੜਾ ਖਰਚਾ ਆਉਂਦਾ 200-300 ਕਰੋੜ ਦਾ ਆਉਂਦਾ, 700 ਕਰੋੜ ਦੇ ਮਾਇਆਵਤੀ ਨੇ ਉਹ ਹਾਥੀ ਲਗਾਤੇ, ਬਿਲਕੁਲ ਪਾਰਕ ਬਣਾਤੇ। ਜੀ 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 ਜੀ, 2000 ਕਰੋੜ ਦਾ, 2500 ਕਰੋੜ ਦਾ ਉਹ ਪਟੇਲ ਦਾ ਬੁੱਤ ਬਣ ਰਿਹਾ ਜੀ। ਬਲਕਿ ਇਹ ਸਰਕਾਰਾਂ ਸਾਰੀਆਂ ਇਹ ਕਰਦੀਆਂ। ਜੀ ਜੀ ਜੀ, ਕੱਲ ਮੈਨੂੰ ਕੋਈ ਦੱਸ ਰਿਹਾ ਸੀ ਕਿ ਉੱਥੇ ਹਰਿਆਣੇ ਵਿੱਚ ਇਹਨਾਂ ਦੀ ਇੱਕ ਪੋਲੀਟੀਕਲ ਲੀਡਰ ਦੀ ਕਨਸਟੀਟਿਊਐਂਸੀ ਨੇ ਆਪਣੇ ਪਿੰਡ 'ਚ ਮਿਊਜ਼ੀਕਲ ਫਾਊਂਟੇਨ ਲਗਾਇਆ, 50 ਲੱਖ ਰੁਪਇਆ ਮਿਊਜ਼ੀਕਲ ਫਾਊਂਟੇਨ ਤੇ ਲਗਾਤਾ, ਔਰ ਉੱਥੇ ਇੰਡਸਟਰੀ ਇੱਕ ਵੀ ਨਹੀਂ। ਵੈਸੇ ਬੁਰਾ ਹਾਲ ਹੈ। ਮਤਲਬ ਕਿ ਇਹ ਤਰੀਕੇ ਪੋਲੀਟੀਸ਼ੀਅਨਾਂ ਦੇ ਹਨ, ਲੋਕਾਂ ਨੂੰ ਬੇਵਕੂਫ ਬਣਾਉਣ ਦੇ, ਨਾ ਕਿ ਕੋਈ ਹੋਰ ਸੁਧਾਰ ਕਰਨ ਦੇ। ਇਹ ਜੇ ਹੁਣ ਤੁਸੀਂ ਦੇਖੋ, ਜਦੋਂ ਇੱਥੇ ਦਿੱਲੀ ਦੇ ਵਿੱਚ ਡਿਵੈਲਪਮੈਂਟ ਦੇ ਨਾਮ ਤੇ ਇਲੈਕਸ਼ਨ ਲੜਦੇ ਸੀ ਜੀ ਜੀ ਜੀ, ਜਦੋਂ ਇਹਨਾਂ ਨੇ ਕਿਹਾ ਕਿ ਜੀ ਅਸੀਂ ਪਾਣੀ ਫ੍ਰੀ ਦਿੰਦੇ ਆ, ਤੇ ਫਟਾਫਟ ਉਹ ਸ਼ੀਲਾ ਦੀਕਸ਼ਿਤ ਦਾ ਮੁੰਡਾ ਉਹ ਕਹਿੰਦਾ ਕਿ 20% ਦਿੱਲੀ ਦੇ ਵਿੱਚ ਤਾਂ ਪਾਈਪਲਾਈਨ ਹੀ ਹੈ ਨਹੀਂ, ਪਾਣੀ ਫ੍ਰੀ ਕਿੱਥੇ ਦੋਗੇ। ਉਹ ਕਹਿੰਦੇ ਫਿਰ ਤੁਸੀਂ 15 ਸਾਲ ਕੀ ਕਰਦੇ ਰਹੇ। ਜੀ ਜੀ, 28,000 ਕਰੋੜ ਦਾ ਇਨਫਰਾਸਟ੍ਰਕਚਰ ਦਾ ਬਜਟ ਜੀ, ਇਹ ਫਲਾਈਓਵਰ ਬਣਾਈ ਜਾਂਦੇ ਹੋ ਤੇ ਪਾਣੀ ਦਿੰਦੇ ਨਹੀਂ। ਬਲਕਿ ਇਹ ਜਿਹੜੀਆਂ ਡਿਫੈਕਟਿਵ ਪਾਲਿਸੀਜ਼ ਨੇ ਜੀ, ਕਿ ਕੰਮ ਉਹ ਕਰਨੇ ਜਿੱਥੇ ਉਹਨਾਂ ਨੂੰ ਫਾਇਦਾ, ਜਿੱਥੇ ਵੱਡੇ ਕੰਟਰੈਕਟ ਦਿੰਦਾ ਉਹਨਾਂ ਵਿੱਚ ਕਰਪਸ਼ਨ ਹੋਵੇ ਜੀ, ਔਰ ਜਿੱਥੇ ਐਕਚੁਅਲ ਗਰੀਬਾਂ ਨੂੰ ਫਾਇਦਾ ਹੋਣਾ ਉਸ ਪਾਸੇ ਨੂੰ ਨਹੀਂ ਜਾਣਾ। ਫੁਲਕਾ ਸਾਹਿਬ, ਇੱਕ ਗੱਲ ਦੱਸੋਗੇ ਕਿ ਕਾਫੀ ਜਿਹੜੇ ਕਿ ਐਕਟਿਵਿਸਟ ਹੈਗੇ ਹੈ
ਔਰ ਬਿਊਰੋਕਰੇਟਸ ਹੈਗੇ ਹੈ ਔਰ ਅੱਛੇ ਲੋਕ ਹੈ, ਉਹ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੈ। ਜਿਵੇਂ ਲਾਲ ਬਹਾਦਰ ਸ਼ਾਸਤਰੀ ਦਾ ਪੋਤਰਾ ਵੀ ਆਇਆ ਹੈ, ਇਨਫੋਸਿਸ ਦੇ ਡਾਇਰੈਕਟਰਸ ਆਏ, ਕਈ ਐਸੇ ਚੰਗੇ ਬੰਦੇ ਆਏ, ਪਰ ਕਈ ਪੋਲੀਟੀਕਲ ਲੀਡਰ ਵੀ ਇਹ ਜਿਹੜੇ ਆ ਰਹੇ ਹੈ ਇਸ ਪਾਰਟੀ ਦੇ ਸ਼ਾਮਲ ਹੋਣ ਲਈ ਇੱਕ ਹੋੜ ਜੀ ਲੱਗੀ ਹੈ ਕਿ ਉਹਨਾਂ ਦਾ ਵਾਕਈ ਹਿਰਦਾ ਪਰਿਵਰਤਨ ਹੋਇਆ ਹੈ ਕਿ ਉਹਨਾਂ ਨੇ ਆਉਣ ਵਾਲੇ ਬਦਲਾਂ ਦਾ ਰੁਖ ਵੇਖ ਲਿਆ। ਅਸੀਂ ਇਸ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹੋ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇਨਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. अपना जीवन सफल बनाइए, आओ गुरु की काशी चलिए, अपना जीवन सफल बनाइए, अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला, हार्ट एंड स्ट्रोक फाउंडेशन और होल ग्रेन काउंसिल से अप्रूव्ड। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा, शेर आटा घर लाओ। महाराजा क्वालिटी स्वीट्स एंड स्नैक्स न्यूयॉर्क विच प्योर वेजिटेरियन खाना, देसी घ्यो दियां मठाइयां,
ਸਨੈਕਸ ਅਤੇ ਪੂਰੀ ਛੋਲੇ ਦੇ ਬਾਦਸ਼ਾਹ ਸਾਡੀ ਪਛਾਣ ਖਾਣੇ ਦੇ ਨਾਲ ਗਾਹਕਾਂ ਦੀ ਪੂਰੀ ਤਸੱਲੀ ਹੈ। ਅਸੀਂ ਕੇਟਰਿੰਗ ਵੀ ਕਰਦੇ ਹਾਂ। ਸਾਡੀ ਸ਼ਾਪ ਮਹਾਰਾਜਾ ਸਵੀਟ 73/10 37th ਐਵਨਿਊ ਜੈਕਸਨ ਹਾਈਟਸ ਵਿੱਚ ਹੈ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 7185052680। ਪੱਪੂ ਸਵੀਟਸ, ਵਾਹ ਬਈ ਵਾਹ। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨੌਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ 399 a pound. Always fresh buffet. Sitting capacity for 50 people. Occasion चाहे कोई भी होवे, याद रखो पप्पू स्वीट्स। For more information, call Puppu Sweets. We are located at major intersection, Billion Parkway, Cressler Drive. दीदी, मैं तो भूल ही गई थी। मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है? लक्ष्मी, आई आई। पहले अपनी आंखें बंद करो। दीदी, ऐसा घी सिर्फ मम्मी ही बना सकती है। सब लक्ष्मी माँ की कृपा है। लक्ष्मी घी, Made pure, made fresh, made here. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸੀਨੀਅਰ ਐਡਵੋਕੇਟ ਸਰ HS ਫੂਲਕਾ, ਸੁਪਰੀਮ ਕੋਰਟ ਆਫ ਇੰਡੀਆ ਤੇ ਐਕਟਿਵਿਸਟ ਵੀ ਹਨ ਔਰ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਫੂਲਕਾ ਸਾਹਿਬ, ਮੈਂ ਜਿਹੜਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਜਿਹੜੇ ਪੋਲੀਟੀਸ਼ੀਅਨ ਤੁਹਾਡੇ ਨਾਲ ਸ਼ਾਮਲ ਹੋ ਰਹੇ ਹੈ ਤਾਂ ਉਹ ਕੀ ਉਹਨਾਂ ਦਾ ਵਾਕਈ ਹਿਰਦੇ ਪਰਿਵਰਤਨ ਹੋ ਗਿਆ ਕਿ ਉਹਨਾਂ ਨੂੰ ਆਉਣ ਵਾਲੀ ਬਾਰਿਸ਼ ਦੇ ਰੁੱਖ ਦਾ ਪਤਾ ਲੱਗ ਗਿਆ? देखो, पार्टी की ये पॉलिसी आ कि जो पॉलिटिशियन कोई आ रहे हैं उन्होंने पूरी पहला वेरीफिकेशन करके जी पहला देख के कि इन्हां दा अपनी पार्टी दे विच की रोल रहा, हाँ जी, कि वो अपनी पार्टी दे विच हुंदे होए करप्शन के खिलाफ लड़े ने जी, और उन्हां दा अपना जो पूरा कैरेक्टर है वो बिल्कुल ठीक है, साफ आ। ये चीज़ां देख के उस तो बाद ही पॉलिटिशियन नूं लिया जाएगा। जी जी, इस तरह नहीं कि ओदी बड़ी फॉलोइंग आ ते ओदा बड़ा ते ओनू ले लो जी, उस तरह पॉलिटिशियन नूं लिया जाएगा। जी 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 जी। विचों कुछ कैसे लोग ने जिहड़े के सुधार चाहते हैं, अच्छे बंदे बैठे हैं कई पार्टियां दे विच, बिल्कुल, और वो चाहते हैं कि असीं अपनी पार्टी रह के कुछ नहीं कर सकते, इस तरह के करांगे जी, ਉਹੋ ਬੰਦੇ ਨੂੰ ਲਿਆ ਜਾਏਗਾ। ਠੀਕ ਹੈ। ਤੇ ਫੁਲਕਾ ਸਾਹਿਬ, ਜਿਹੜਾ ਇੱਕ ਹੋਰ ਤੁਹਾਡਾ ਏਜੰਡਾ ਜਿਹੜਾ ਤੁਸੀਂ ਇੱਕਦਮ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕਹਿ ਦਿੱਤਾ ਪਾਲਿਸੀ ਦੇ ਤੌਰ ਤੇ, ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜਾ ਇੱਕ ਪਾਲਿਸੀ ਸੀ ਕਿ ਬਾਹਰ ਦੀਆਂ ਮੁਲਕਾਂ ਦੇ ਵੱਡੇ ਹਾਊਸਸ ਜਾਂ ਰਿਟੇਲ ਸਟੋਰਸ ਲਿਆਣੇ, ਉਹ ਤੁਸੀਂ ਬੈਨ ਕਰ ਦਿੱਤਾ। ਕੀ ਤੁਹਾਨੂੰ ਇਹਦਾ ਅਸਰ ਕੀ ਪਏਗਾ ਸਥਾਨਕ ਮਾਰਕੀਟ ਦੇ ਉੱਤੇ, ਤੇ ਕੀ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਦੂਸਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਕਮਿਟਮੈਂਟਸ ਹੋਈਆਂ ਸਰਕਾਰਾਂ ਦੀਆਂ ਉਹਦੇ ਤੇ ਵੀ ਅਸਰ ਪਏਗਾ? ਤੁਸੀਂ ਸਾਰੇ ਢਾਂਚੇ ਨੂੰ ਹਿਲਾ ਦੋਗੇ? ਦੇਖੋ, ਪਹਿਲੀ ਗੱਲ ਇੱਥੇ ਜੋ ਬਲਕਿ ਉਹਨਾਂ ਦੇ ਆਉਣ ਦੇ ਨਾਲ ਜੋ ਗਰੀਬ ਤਬਕਾ ਦੇ ਵਿੱਚ ਅਨਪਲਾਇਮੈਂਟ ਹੋਏਗੀ ਉਹ ਬਹੁਤ ਵੱਡੀ ਹੋਏਗੀ ਜੀ, ਬਹੁਤ ਵੱਡੀ ਹੋਏਗੀ ਜੀ। ਔਰ ਉਹ ਗਰੀਬ ਤਬਕੇ ਨੂੰ ਦੇਖਣਾ, ਉਹਨਾਂ ਦਾ ਆਲਰੇਡੀ ਬੁਰਾ ਹਾਲ ਹੈ ਜੀ, ਉਹ ਅਨਪਲਾਇਡ ਹੋ ਕੇ ਘਰੇ ਬੈਠ ਗਏ ਜੀ, ਤਾਂ ਉਦੋਂ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਜੀ। ਤੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਡਿਸੀਜਨ ਲਿਆ ਗਿਆ ਜੀ ਜੀ ਜੀ। ਤੇ ਤੁਹਾਡਾ ਪੰਜਾਬ ਦੇ ਵਿੱਚ ਵੀ ਜਾਣ ਦਾ ਇਰਾਦਾ ਹੈ? ਪੰਜਾਬ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਤੁਹਾਡਾ ਸਿੱਧਾ ਮੁਕਾਬਲਾ ਅਕਾਲੀ ਦਲ ਨਾਲ ਹੋਏਗਾ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਅਕਾਲੀ ਦਲ ਦਾ ਇੱਕ ਉਹਨਾਂ ਦੇ ਕੋਲ ਬੜਾ ਵੱਡਾ ਹਥਿਆਰ ਹੈ ਕਿ ਧਰਮ ਤੇ ਰਾਜਨੀਤੀ ਇਕੱਠੀ ਹੈ। ਤੁਸੀਂ ਧਰਮ ਦੀ ਗੱਲ ਨਹੀਂ ਕਰਨੀ, ਇਹਦਾ ਮਤਲਬ ਧਾਰਮਿਕ ਮਾਮਲਿਆਂ ਦੇ ਵਿੱਚ ਸੁਪਰਮੇਸੀ ਅਕਾਲੀ ਦਲ ਜਿਹੜਾ ਹੈਗਾ ਉਹਦਾ ਕਾਇਮ ਰਹੇਗੀ, ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਏਗਾ? ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੀ, ਅਗਰ ਤੋਂ ਅਕਾਲੀ ਦਲ ਧਰਮ ਦੇ ਅਸੂਲਾਂ ਦੇ ਉੱਤੇ ਰਾਜਨੀਤੀ ਚਲਾ ਰਿਹਾ ਜੀ ਤਾਂ ਲੋਕ ਇਹ ਦੇਖ ਲੈਣ। ਅਗਰ ਲੋਕਾਂ ਨੂੰ ਪੂਰੀ ਤਸੱਲੀ ਆ ਜੀ ਕਿ ਧਰਮ ਤੇ ਰਾਜਨੀਤੀ ਇਕੱਠੀ ਗੁਰੂ ਸਾਹਿਬ ਨੇ ਇਸ ਕਰਕੇ ਕੀਤਾ ਸੀ ਕਿ ਧਰਮ ਦੇ ਅਸੂਲਾਂ ਦੇ ਉੱਤੇ ਰਾਜਨੀਤੀ ਚਲਾਓ ਜੀ। ਅਗਰ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਅਕਾਲੀ ਦਲ ਧਰਮ ਦੇ ਅਸੂਲਾਂ ਤੇ ਰਾਜਨੀਤੀ ਚਲਾ ਰਿਹਾ ਤਾਂ ਬਿਲਕੁਲ ਅਕਾਲੀ ਦਲ ਨੂੰ ਚੱਲਣ ਦਿਓ,
ਸਾਡੇ ਉੱਥੇ ਆਉਣ ਦੀ ਕੋਈ ਲੋੜ ਨਹੀਂ ਜੀ ਜੀ ਕਿਉਂਕਿ ਧਰਮ ਦੇ ਅਸੂਲਾਂ ਤੇ ਤੁਸੀਂ ਰਾਜਨੀਤੀ ਚਲਾਓਗੇ ਤਾਂ ਖੁਦ ਹੀ ਬਹੁਤ ਵਧੀਆ ਰਾਜਨੀਤੀ ਹੋਏਗੀ ਜੀ 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 ਔਰ ਉਹ ਰਾਜਨੀਤੀ ਇਹ ਕਰਪਸ਼ਨ ਦੀ ਰਾਜਨੀਤੀ ਇਹ ਸ਼ਰਾਬਾਂ ਦੀ ਰਾਜਨੀਤੀ ਇਹ ਨਸ਼ਿਆਂ ਦੀ ਰਾਜਨੀਤੀ ਇਹ ਰਾਜਨੀਤੀ ਨਹੀਂ ਹੈ ਹਾਂਜੀ ਧਰਮ ਵਾਲੀ ਰਾਜਨੀਤੀ ਇਹ ਲੋਕਾਂ ਨੇ ਦੇਖਣਾ ਕਿ ਉਹ ਇਨਸਾਨ ਜੋ ਰਾਜਨੀਤੀ ਦੇ ਬਲਕਿ ਇੱਕ ਵਾਰੀ ਡਾਕਟਰ ਜੌਲ ਨੇ ਕਿਹਾ ਸੀ ਕਿ ਮੀਰੀ ਪੀਰੀ ਦਾ ਮਤਲਬ ਸੀ ਕਿ ਜੋ ਪੀਰੀ ਆ ਉਹਦੇ ਉਸੂਲਾਂ ਦੇ ਉੱਤੇ ਮੀਰੀ ਨੂੰ ਚਲਾਓ ਤੁਸੀਂ ਚਾਹੇ ਰਾਜਨੀਤੀ 'ਚ ਜਾਓ ਪਰ ਜੋ ਧਰਮ ਦੀ ਵੈਲਿਊਜ਼ ਨੇ ਅਸੂਲ ਨੇ ਉਹਨਾਂ ਦੇ ਉੱਪਰ ਚਲਾਓ ਨਾ ਕਿ ਜੋ ਪੋਲਿਟਿਕਸ ਦੀਆਂ ਈਵਲਸ ਨੇ ਉਹਨਾਂ ਨੂੰ ਲਿਆ ਕੇ ਧਰਮ ਨੂੰ ਉਹ ਈਵਲਸ ਦੇ ਨਾਲ ਚਲਾਓ ਜੀ ਜੀ ਇਹ ਹੁਣ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਕੀ ਇਹ ਧਰਮ ਦੇ ਅਸੂਲਾਂ ਤੇ ਰਾਜਨੀਤੀ ਚੱਲ ਰਹੀ ਹੈ ਜਾਂ ਰਾਜਨੀਤਾਂ ਦੀਆਂ ਬੁਰਾਈਆਂ ਧਰਮ ਵਿੱਚ ਲਿਆ ਕੇ ਧਰਮ ਦਾ ਤਬਾਹ ਹੋ ਰਿਹਾ। ਪਰ ਫੁਲਕਾ ਸਾਹਿਬ ਤੁਸੀਂ ਇੱਕ ਗੱਲ ਨਾਲ ਸਹਿਮਤ ਹੋਵੋਗੇ ਭਾਵੇਂ ਸ਼ੁਰੂ ਤੋਂ ਲੈ ਲਿਆ ਜਾਏ ਵੈਦਿਕ ਕਾਲ ਤੋਂ ਲੈ ਕੇ ਜੇ ਬਾਅਦ ਵਿੱਚ ਮੁਗਲਾਂ ਦਾ ਵੀ ਲੈ ਲਿਆ ਜਾਏ ਜਾਂ ਹਰ ਮੌਜੂਦਾ ਦੌਰ ਤੱਕ ਹਰ ਰਾਜਨੀਤਿਕ ਬੰਦਾ ਧਰਮ ਨੂੰ ਆਪਣੇ ਮਕਸਦ ਲਈ ਵਰਤਦਾ ਰਿਹਾ ਉਸ ਲਈ ਉਹ ਧਰਮ ਤੇ ਰਾਜਨੀਤੀ ਇਕੱਠੀ ਰੱਖਦਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਸੀ ਕਿ ਜਦੋਂ ਹੁਣ ਦੋਨੋਂ ਇਕੱਠੇ ਹੈ ਔਰ ਉਹ ਜਿਹੜੇ ਏਜੰਡੇ ਧਾਰਮਿਕ ਏਜੰਡੇ ਉਹਨਾਂ ਦੇ ਕੋਲ ਹੈਗੇ ਹੈ ਤੁਸੀਂ ਉਹਦੀ ਗੱਲ ਨਹੀਂ ਕਰੋਗੇ ਤਾਂ ਫਿਰ ਇਹ ਅਧੂਰੀ ਲੜਾਈ ਕਿਸ ਤਰ੍ਹਾਂ ਤੁਹਾਡੀ ਚੱਲੇਗੀ? ਦੇਖੋ ਧਾਰਮਿਕ ਏਜੰਡਿਆਂ ਦੀ ਐਸੀ ਕੋਈ ਗੱਲ ਨਹੀਂ ਕਿ ਅਸੀਂ ਗੱਲ ਨਹੀਂ ਕਰਾਂਗੇ ਜੀ। ਮੇਰਾ ਖਿਆਲ ਹੈ ਅਕਾਲੀ ਦਲ ਨੇ ਗੁਰਬਖਸ਼ ਸਿੰਘ ਨੂੰ ਸਪੋਰਟ ਨਹੀਂ ਸੀ ਗੱਲ ਕੀਤੀ ਹੈ ਬੜੀ ਦੇਰ ਬਾਅਦ ਕੀਤੀ ਆ ਸਭ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਹਾਂਜੀ ਕੋਈ ਵੀ ਪੋਲੀਟੀਕਲ ਪਾਰਟੀ ਬਾਅਦ ਚ ਗਈ ਹੈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗੁਰਬਖਸ਼ ਸਿੰਘ ਦੀ ਸਪੋਰਟ ਕੀਤੀ ਹੈ ਜੀ ਜੀ ਹੁਣ ਤੁਸੀਂ ਇਹ ਦੱਸੋ ਕਿ ਇੱਕ ਹਿਊਮਨ ਐਕਟਿਵਿਸਟਾਂ ਦੀ ਪਾਰਟੀ ਹੈ ਜੀ ਜੀ ਇਹ ਇਨਸਾਨੀਅਤ ਨੂੰ ਸਭ ਤੋਂ ਉੱਪਰ ਸਮਝਣ ਵਾਲੀ ਪਾਰਟੀ ਆ ਅਸਲੀ ਗੁਰੂ ਨਾਨਕ ਦੇ ਅਸੂਲਾਂ ਨੂੰ ਫਾਲੋ ਕਰਨ ਵਾਲੀ ਇਹ ਪਾਰਟੀ ਆ ਨਾ ਕਿ ਟਕੌਂਜੀ ਤੇ ਧਰਮ ਨੂੰ ਵਰਤਣ ਵਾਲੀ ਜੀ ਸਭ ਤੋਂ ਪਹਿਲਾਂ ਜੀ ਜੇ ਜਾ ਕੇ ਗੁਰਬਖਸ਼ ਸਿੰਘ ਦੀ ਸਪੋਰਟ ਵਿੱਚ ਇਹ ਪਾਰਟੀ ਦੇ ਬੰਦੇ ਬੈਠੇ ਆ ਜੀ ਇਸ ਹੁਣ ਜਦੋਂ ਵਿਜ਼ਿਟ ਤੇ ਗਿਆ ਸੰਜੇ ਸਿੰਘ ਪੰਜਾਬ ਦੇ ਜਦੋਂ ਪੁੱਛਿਆ ਗਿਆ ਉਸਨੇ ਕਿਹਾ ਅਸੀਂ ਸਪੋਰਟ ਕੀਤੀ ਔਰ ਅਸੀਂ ਸਪੋਰਟ ਕਰਦੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਪ੍ਰਿਜ਼ਨਰ ਰਿਲੀਜ਼ ਹੋਣੇ ਚਾਹੀਦੇ ਆ ਜੀ ਜੀ ਇਹ ਦੇਖੋ ਹੁਣ ਤੁਸੀਂ ਉਹ ਸਮਝੋ ਕਿ ਤੁਹਾਨੂੰ ਉਹ ਪਾਰਟੀਆਂ ਜਿਹੜੀਆਂ ਤੁਹਾਡੇ ਧਰਮ ਦੇ ਨਾਮ ਦੇ ਉੱਤੇ ਕਰਕੇ ਕਹਿੰਦੀ ਉਹ ਚੰਗੀਆਂ ਤੇ ਉਹ ਪਾਰਟੀ ਜਿਹੜੀ ਕਹਿੰਦੀ ਹੈ ਸਾਡੇ ਵਾਸਤੇ ਸਾਰੇ ਕੁਝ ਕਿਨੇ ਜੀ ਫੁਲਕਾ ਸਾਹਿਬ ਇਹਦੇ ਵਿੱਚ ਨਾ ਬੜੀ ਬੜੀ ਪਾਰਟੀ ਸਰਬੱਤ ਦੇ ਭਲੇ ਦੇ ਉੱਤੇ ਚੱਲਦੀ ਆ ਜੋ ਕਹਿੰਦੀ ਆ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਇਹ ਅਸੂਲ ਦੇ ਉੱਤੇ ਬਲੀਵ ਕਰਦੀ ਆ ਕਿ ਤੁਹਾਨੂੰ ਉਹ ਸਿੱਖੀ ਅਸੂਲਾਂ ਵਾਲੀ ਪਾਰਟੀ ਚਾਹੀਦੀ ਆ ਜਾਂ ਜਿਹੜੇ ਗਾਤਰੇ ਪਾ ਕੇ ਕੋਕਿਆਂ ਕੋਲ ਜੀ ਸ਼ਰਾਬਾਂ ਬੁਲਾ ਕੇ ਪੀਂਦੇ ਆ ਇਲੈਕਸ਼ਨ ਜਿੱਤਣ ਲਈ ਸ਼ਰਾਬਾਂ ਦੇ ਨਸ਼ੇ ਬਣਦੇ ਆ ਉਹ ਚਾਹੀਦੇ ਨੇ ਜੀ। ਫੁਲਕਾ ਸਾਹਿਬ ਮੈਂ ਇਹੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਕਿਉਂਕਿ ਇਹ ਜਿਹੜੇ ਭੇਖੀ ਬੰਦੇ ਹੋਣਗੇ ਅਸੀਂ ਉਹਨਾਂ ਦੇ ਹਵਾਲੇ ਕਿਉਂ ਦਿੰਦੇ ਆ ਜਿਨ੍ਹਾਂ ਬਾਰੇ ਹਰ ਇੱਕ ਨੂੰ ਪਤਾ ਹੈ ਕਿ ਭੇਖੀ ਹੈ ਚੰਗੇ ਬੰਦਿਆਂ ਦੇ ਹਵਾਲੇ ਅਸੀਂ ਦੇ ਸਕਦੇ ਹਾਂ ਪਰ ਮੇਰਾ ਸਵਾਲ ਹੋਰ ਸੀ ਕਿ ਕਾਫੀ ਜ਼ਿਆਦਾ ਸਿੱਖਾਂ ਦੇ ਮਸਲੇ ਹੈ ਧਾਰਮਿਕ ਮਸਲੇ ਪੈਂਡਿੰਗ ਹੈ ਬਹੁਤ ਜ਼ਿਆਦਾ ਜਿਵੇਂ ਛੋਟਾ ਜਿਹਾ ਲਾਇਬ੍ਰੇਰੀ ਦੇ ਜਿਹੜਾ ਰੈਫਰੈਂਸ ਲਾਇਬ੍ਰੇਰੀ ਦਾ ਯਾਦਗਾਰਾਂ ਦਾ ਹੋਰ ਸਾਕਾ ਨੀਲਾਤਰ ਬੜੇ ਮਸਲੇ ਹੈ ਉਹਨਾਂ ਦੀ ਗੱਲ ਫਿਰ ਕੌਣ ਕਰੇਗਾ ਜੇ ਤੁਸੀਂ ਨਹੀਂ ਕਰੋਗੇ ਤੁਹਾਡੀ ਪਾਰਟੀ ਉਹਨੂੰ ਛੇੜੇਗੀ ਨਹੀਂ ਤੇ ਕੌਣ ਕਰੇਗਾ ਬਿਲਕੁਲ ਕਿਉਂ ਨਹੀਂ ਛੇੜੇਗੀ ਕਰਾਂਗੇ ਜੀ ਜੀ ਜੋ ਜੇਕਰ ਮੇਰਾ ਪਾਰਟੀ ਜਾਣ ਦਾ ਮਤਲਬ ਆ ਜਾਂ ਕਰ ਹੋਰ ਤੁਹਾਡੇ ਉਹ ਸਿੱਖ ਪ੍ਰੋਮੀਨੈਂਟ ਸਿੱਖ ਜਿਨ੍ਹਾਂ ਨੇ ਜ਼ਿੰਦਗੀ ਭਰ ਆਪਣੀ ਕੌਮ ਦੇ ਇਸ਼ੂ ਦੇ ਉੱਤੇ ਲਗਾਈ ਆ ਉਹਨਾਂ ਦਾ ਪਾਰਟੀ ਵਿੱਚ ਜਾਣ ਦਾ ਮਤਲਬ ਆ ਜਿਹੜੇ ਅਸੀਂ ਮੈਂ ਕਹਿ ਰਿਹਾ ਕਿ ਅਸੀਂ ਪਾਵਰ ਵਾਸਤੇ ਨਹੀਂ ਜਾ ਰਹੇ ਤੇ ਇਹਨਾਂ ਕੰਮਾਂ ਵਾਸਤੇ ਜਾ ਰਹੇ ਆ ਠੀਕ ਹੈ ਇਹਦਾ ਮਤਲਬ ਜਿਹੜੇ ਸਿੱਖ ਮਸਲੇ ਗੱਲ ਦੱਸੋ ਜੀ ਮੈਨੂੰ ਇੱਕ ਮਿੰਟ ਵਿਲੰਬਾ ਜੀ ਜੀ ਮਤਲਬ ਕਿ ਤੁਹਾਡੇ ਦਰਸ਼ਕ ਕੀ ਸੋਚਦੇ ਨੇ ਕਿ ਇਹ ਕੰਮ ਜੋ ਸਿੱਖ ਇਸ਼ੂ ਨੇ ਮੋਦੀ ਕਰੇਗਾ ਜੀ ਜੀ ਬਿਲਕੁਲ ਰਾਹੁਲ ਗਾਂਧੀ ਕਰੇਗਾ ਬਿਲਕੁਲ ਇਹੀ ਮੈਂ ਕਹਿ ਰਿਹਾ ਹਾਂ ਜੀ ਜਾਂ ਸਾਨੂੰ ਇਹਨਾਂ ਇਸ਼ੂਜ਼ ਵਾਸਤੇ ਕੇਜਰੀਵਾਲ ਚੰਗਾ ਜੀ 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 ਨਹੀਂ ਤੁਸੀਂ ਕਹਿਣਾ ਅਸੀਂ ਨਹੀਂ ਕਰਾਂਗੇ ਤਾਂ ਮੈਂ ਥੋੜਾ ਜਿਹਾ ਖਦਸ਼ਾ ਜ਼ਾਹਿਰ ਕੀਤਾ ਤੁਸੀਂ ਮੈਂ ਨਹੀਂ ਕਿਹਾ ਨਹੀਂ ਕਰਾਂਗੇ ਹਾਂਜੀ ਇਹਦਾ ਮਤਲਬ ਤੁਸੀਂ ਕਰੋਗੇ ਮੇਰੇ ਖਿਆਲ ਸ਼ਾਇਦ ਤੁਸੀਂ ਗਲਤ ਮਤਲਬ ਸਮਝੇ ਹੋ ਜੀ ਮੈਂ ਇਹ ਨਹੀਂ ਕਿਹਾ ਕਿ ਨਹੀਂ ਕਰਾਂਗੇ ਹਾਂਜੀ ਮੈਂ ਤੁਹਾਨੂੰ ਇਹ ਗੱਲ ਕਹੀ ਆ ਜਿਹੜੀ ਮਤਲਬ ਕਿ ਉਹ ਧਰਮ ਦੇ ਨਾਂ ਦੇ ਉੱਤੇ ਵੋਟਾਂ ਲੈਣ ਵਾਲੇ ਹਾਂਜੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਲਾਂਗੇ ਅਸੀਂ ਸਰਬੱਤ ਦਾ ਭਲਾ ਉਹਨਾਂ ਤੇ ਔਰ ਇੱਕ ਨੂੰ ਤੋਂ ਸਭ ਜਗ ਉਪਜਿਆ ਜੋ ਅਸੂਲ ਨੇ
ਜੀ ਗੁਰੂ ਨਾਨਕ ਦੇ ਅਸਲੀ ਅਸੂਲ ਨੇ, ਉਹਦੇ ਉੱਤੇ ਚੱਲਣ ਵਾਲੀ ਪਾਰਟੀ ਹੈ ਜੀ। ਮੇਰਾ ਉਹਨੂੰ ਟਿਕਾਉਣ ਕਰਨ ਲਈ ਨਹੀਂ, ਉਹਨਾਂ ਨੂੰ ਪੂਰੀ ਫੋਲੋ ਕਰਨ ਵਾਲੀ ਪਾਰਟੀ ਹੈ। ਜੀ ਜੀ ਜੀ। ਮੈਨੂੰ ਇੱਕ ਅਖੀਰਲਾ ਸਵਾਲ ਤੁਹਾਡੇ ਕੋਲ ਜ਼ਰੂਰ ਕਰਨਾ ਚਾਹਾਂਗਾ। ਤੁਸੀਂ ਸੀਨੀਅਰ ਐਡਵੋਕੇਟ ਹੋ, ਤੁਸੀਂ ਸਾਰਾ ਸਿਸਟਮ ਨੂੰ ਵੇਖਿਆ। ਇਹ ਬਿਲਕੁਲ ਸਹੀ ਹੈ ਕਿ ਕੋਈ ਸਧਾਰਨ ਬੰਦਾ ਸੁਪਰੀਮ ਕੋਰਟ ਨਹੀਂ ਜਾ ਸਕਦਾ, ਉਹਦੇ ਨਾਲ ਜਿੰਨਾ ਮਰਜ਼ੀ ਜ਼ੁਲਮ ਹੋ ਜਾਏ ਉਹ ਸੋਚ ਵੀ ਨਹੀਂ ਸਕਦਾ। ਇਹ ਇੱਕ ਪੂਰਾ ਜਿਹੜਾ ਸਿਸਟਮ ਦੇ ਵਿੱਚ ਜਿਹੜੀ ਖਰਾਬੀ ਹੈ ਜਾਂ ਸਿਸਟਮ ਐਸਾ ਬਣਿਆ। ਤੇ ਦੂਸਰੇ ਪਾਸੇ ਤਾਂ ਹੈ ਜੀ ਉਹਨਾਂ ਨੂੰ ਤੁਸੀਂ ਏਡ ਦੇ ਦਿਓ, ਕੁਝ ਕਰ ਦਿਓ, ਇੱਕ ਕਿਸਮ ਦੀ ਚੈਰਿਟੀ ਹੋਏ। ਪਰ ਹਿੰਦੁਸਤਾਨ ਦੇ ਨਾਗਰਿਕ ਨੂੰ ਬਤੌਰੇ ਹੱਕ ਦੇ ਕੀ ਕਦੇ ਤੁਹਾਡੀ ਪਾਰਟੀ ਇਸ ਲਈ ਕੋਈ ਉਪਰਾਲਾ ਕਰੇਗੀ ਕਿ ਕਿਸੇ ਗਰੀਬ ਦੇ ਉੱਤੇ ਅਤਿਆਚਾਰ ਹੋ ਜਾਏ ਜਾਂ ਸਧਾਰਨ ਬੰਦੇ ਤੇ, ਤਾਂ ਉਹ ਵੀ ਇਨਸਾਫ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਜਾ ਸਕੇਗਾ? ਬੇਸਿਸ ਇਹਨਾਂ ਦਾ ਸਾਰੀ ਪਾਰਟੀ ਦਾ ਇਹ ਹੈ ਜੀ। ਪਾਰਟੀ ਦੀ ਬੇਸਿਕ ਫਾਊਂਡੇਸ਼ਨ ਹੀ ਇਹ ਆ, ਇੱਕ ਗਰੀਬ ਤੋਂ ਗਰੀਬ ਨੂੰ ਇਨਸਾਫ ਦੇਣਾ, ਜਿਹਨੂੰ ਹੁਣ ਤੱਕ ਇਗਨੋਰ ਨੇ। ਤੁਸੀਂ ਕੱਲ ਦਾ ਇਨਸੀਡੈਂਟ ਦੇਖੋ, ਉਹ ਹਰਿਆਣਾ ਚੀਫ ਮਿਨਿਸਟਰ ਹੁੱਡਾ ਦੀ ਪੂਰੀ ਕਾਨਵਾਈ ਗੱਡੀਆਂ ਦੀ ਜਾ ਰਹੀ ਸੀ, ਇੱਕ ਪੁਲਿਸ ਵਾਲਾ ਇੱਕ ਰਿਕਸ਼ੇ ਵਾਲਾ ਵਿੱਚ ਆ ਗਿਆ, ਉਹਦੇ ਡੰਡੇ ਮਾਰੇ, ਡੰਡੇ ਮਾਰ ਕੇ ਉਹਦਾ ਸਿਰ ਪਾੜਤਾ ਔਰ ਇਹਦਾ ਇੰਨਾ ਬੁਰਾ ਹਾਲ ਕੀਤਾ। ਆਮ ਆਦਮੀ ਪਾਰਟੀ ਦੇ ਲੋਕ ਉਦੋਂ ਹੀ ਉੱਥੇ ਪਹੁੰਚੇ, ਉਹਨੂੰ ਚੁੱਕ ਕੇ ਹਸਪੀਟਲ ਲੈ ਕੇ ਗਏ, ਹਸਪੀਟਲ ਲਾ ਕੇ ਉਹਦਾ ਇਲਾਜ ਕਰਾਇਆ, ਆ ਕੇ ਪੁਲਿਸ ਦੇ ਘਰੇ ਉਹਦੇ ਸਾਹਮਣੇ ਮੁਜ਼ਾਹਰਾ ਕੀਤਾ, ਕਮਿਸ਼ਨ ਨੂੰ ਜਾ ਕੇ ਕੰਪਲੇਂਟ ਕੀਤੀ, ਉਹ ਪੁਲਿਸ ਵਾਲੇ ਨੂੰ ਲਾਈਨ ਹਾਜ਼ਰ ਕਰਵਾਇਆ। ਠੀਕ ਹੈ। ਤੇ ਅਖੀਰ ਵਿੱਚ ਤੁਸੀਂ ਫੂਲਕਾ ਸਾਹਿਬ ਇਹ ਚੀਜ਼ਾਂ ਆਲਰੇਡੀ ਹੋ ਗਈਆਂ ਨੇ, ਸ਼ੁਰੂ ਹੋ ਗਈਆਂ ਨੇ, ਔਰ ਇਹ ਜਿਹੜਾ ਸਿਸਟਮ ਬਣਾਉਣਾ ਚਾਹੁੰਦੇ ਆ ਉਹ ਇਹ ਬਣਾਉਣਾ ਚਾਹੁੰਦੇ ਆ। ਦੇਖੋ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਗਰੀਬਾਂ ਦੇ ਉੱਤੇ ਅਤਿਆਚਾਰ ਇਹ ਆ ਕਿ ਜਦ ਸਾਡਾ ਜੋ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਇਹ ਹਾਲ ਹੋ ਗਿਆ ਕਿ ਸਿਰਫ ਜੋ ਮੇਰਾ ਬੰਦਾ ਉਸੇ ਦੀ ਗੱਲ ਮੈਂ ਸੁਣਨੀ ਆ, ਜੋ ਦੂਜੇ ਆ ਉਹਨਾਂ ਨੂੰ ਲਤਾੜ ਦਿਓ। ਜੀ। ਮੇਰਾ ਅਖੀਰਲਾ ਸਵਾਲ ਹੈ ਫੂਲਕਾ ਸਾਹਿਬ ਕਿ ਜਿਹੜੇ ਤੁਸੀਂ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜਿਹੜਾ ਕੰਮ ਕਰਦੇ ਪਏ ਸੀ, ਉਹਦੇ ਵਿੱਚ ਕੋਈ ਰੁਕਾਵਟ ਤੇ ਨਹੀਂ ਆਏਗੀ ਤੁਹਾਡੇ ਰਾਜਨੀਤਿਕ ਪਾਰਟੀ ਜਾਣ ਨਾਲ? ਬਿਲਕੁਲ ਨਹੀਂ ਆਏਗੀ, ਬਲਕਿ ਉਹ ਕੰਮ ਹੋਰ ਉਦੋਂ ਜ਼ਿਆਦਾ ਜ਼ੋਰ ਸ਼ੋਰਾਂ ਤੇ ਵਧੇਗਾ। ਇਹ ਪਾਰਟੀ ਨੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਜਿੰਨੇ ਕੇਸਿਸ ਜਿਹੜੇ ਬੰਦ ਹੋਏ ਨੇ, 242 ਜੇ ਕੇਸਿਸ ਪੁਲਿਸ ਨੇ ਬੰਦ ਕੀਤੇ ਨੇ, ਖੁਦ ਕਚਹਿਰੀਆਂ 'ਚ ਗਏ ਨੇ, ਉਹ ਸਾਰੇ ਰੀਓਪਨ ਕਰਾਂਗੇ, ਰੀਇਨਵੈਸਟੀਗੇਟ ਕਰਾਵਾਂਗੇ। ਠੀਕ ਹੈ। ਇਹਨਾਂ ਨੇ ਪ੍ਰੋਮਿਸ ਕੀਤਾ ਹੋਇਆ ਹੈ। ਠੀਕ। ਔਰ ਉਹ ਅਸੀਂ ਕਰਵਾਵਾਂਗੇ। ਰਾਦਰ 84 ਦਾ ਮੁੱਦਾ ਇੱਕਦਮ ਫਿਰ ਉੱਠੇਗਾ। ਇਹ ਪਾਰਟੀ ਦੀ ਬਾਟਮ ਤੋਂ ਲੈ ਕੇ ਟੌਪ ਲੀਡਰਸ਼ਿਪ ਸਾਰੀ ਦੀ ਸਾਰੀ 84 ਦੇ ਮੁੱਦੇ ਨਾਲ ਪੂਰੀ ਕਮਿਟਡ ਆ। ਔਰ ਮੇਰੇ ਨਾਲ ਤਾਂ ਲੱਗੇ ਰਿਹਾ ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ ਟਾਈਟਲ ਦੇ ਖਿਲਾਫ ਸਾਡੇ ਕੇਸਾਂ 'ਚ ਪੇਸ਼ ਹੁੰਦਾ ਰਿਹਾ। ਜੀ ਜੀ ਜੀ। ਪ੍ਰਸ਼ਾਂਤ ਭੂਸ਼ਣ ਲਗਾਤਾਰ ਮੇਰੇ ਨਾਲ ਰਿਹਾ। ਠੀਕ ਹੈ, ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਫੂਲਕਾ ਸਾਹਿਬ ਸਮਾਂ ਦੇਣ ਲਈ, ਔਰ ਤੁਹਾਨੂੰ ਸਾਡੀਆਂ ਸ਼ੁਭ ਇੱਛਾਵਾਂ, ਸ਼ੁਭ ਕਾਮਨਾਵਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਆਉਣ ਲਈ। ਸ਼ੁਕਰੀਆ ਲਾਂਬਾ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਇਹ ਸਨ ਸਰ HS ਫੂਲਕਾ, ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਤੇ ਐਕਟਿਵਿਸਟ ਵੀ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਪਣੇ ਵਿਚਾਰ ਦੇ ਰਹੇ ਸੀ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। हाथों की अपनी दास्तां होती है, कभी सृष्टि तो कभी विनाश। ये देखती हैं, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी, तो वो जरूर हो शक्ति भोग आटे से बनी। अपने देश का नंबर 1 आटा। कुनाल ज्वेलर दे गहने, वाह पई वाह क्या कहने। गहनियां नाल भर ले जाओ, घरवाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क।
ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर ਵਿੱਚ ਐਨਰੋਲ ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ओबामा केयर ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ ਤੇ ਹੁਣੇ ਕਾਲ ਕਰੋ। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। अपना बाजार। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਮਾਂ ਹੈ ਤੁਹਾਡੇ ਵਿਚਾਰਾਂ ਦਾ, ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ ਅੱਜ ਦੇ ਪ੍ਰੋਗਰਾਮ ਬਾਰੇ। ਹੈਲੋ ਵਾਹਿਗੁਰੂ ਖਾਲਸਾ ਜੀ ਫਤਿਹ ਸਰਦਾਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਸਰਵਿਸ ਸਿੰਘ ਬੋਲ ਰਹੀ ਪੈਨਸਿਲਵੇਨੀਆ ਤੋਂ ਗੁਰੇਵਾਲ। ਜੀ ਜੀ ਗੁਰੇਵਾਲ ਸਾਹਿਬ ਜੀ ਆਇਆਂ ਨੂੰ। ਹਾਂਜੀ ਤੁਹਾਨੂੰ ਫਤਿਹ ਬੁਲਾਉਣ ਨੂੰ ਮਤਲਬ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਸਰਦਾਰੀ ਸਿਰ ਤੇ ਆ ਤੇ ਦਾੜਾ ਪ੍ਰਕਾਸ਼ ਦਾ। ਚਲੋ ਆਪਾਂ ਅਗਲੀ ਗੱਲ ਕਰੀਏ ਤੇ ਜੋ ਤੁਸੀਂ ਅੱਜ ਮੁੱਦਾ ਲਿਆਂਦਾ ਸੀ ਜੀ ਤੇ ਉਹਦੇ ਵਿੱਚ ਸਿੱਖ ਕੌਮ ਨੇ, ਤੁਸੀਂ ਪਹਿਲਾਂ ਕਹਿ ਚੁੱਕੇ ਹੋ, ਬਹੁਤ ਸੂਝਵਾਨ ਹੋ ਤੁਸੀਂ, ਜੋ ਗੱਲਾਂ ਕੀਤੀਆਂ ਨੇ ਮਤਲਬ ਸਿੱਖ ਕੌਮ ਨੇ ਬ੍ਰਿਟਿਸ਼ ਦੀ ਖਾਤਰ ਕੀ ਕੰਮ ਨਹੀਂ ਕੀਤੇ ਹੈ। ਜੀ 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 ਜੋ ਕੰਮ ਉਹਨਾਂ ਨੇ ਕੀਤਾ ਉਹ ਸਾਡੀ ਕੌਮ ਵਾਸਤੇ ਬਹੁਤ ਬਹੁਤ ਸ਼ਰਮਨਾਕ। ਬਿਲਕੁਲ ਬਿਲਕੁਲ ਬਹੁਤ ਇਹ ਅਕਿਰਤ ਕਣਤਾ ਹੈ। ਹਾਂਜੀ ਅਕਿਰਤ ਕਣਤਾ ਹੈ। ਜੀ ਜੀ ਠੀਕ ਠੀਕ ਹੈ। ਉਸ ਤੋਂ ਅਗਲੀ ਗੱਲ ਹਾਂਜੀ ਜੋ ਸਾਡੇ ਜਿੰਨੇ ਵੀ ਪੋਲੀਟੀਸ਼ੀਅਨ ਜਾਂ ਸੂਝਵਾਨ ਸਿੱਖ ਕਹਿ ਸਕਦੇ ਹੋ, ਪੋਲੀਟੀਸ਼ੀਅਨ ਨੂੰ ਆਪਾਂ ਨੰਬਰ 2 ਕਰ ਦਿਓ, ਸੂਝਵਾਨ ਸਿੱਖਾਂ ਨੂੰ ਨੰਬਰ ਆਪਾਂ 1 ਤੇ ਲੈ ਆਈਏ। ਉਹ ਜ਼ਰੂਰ ਇਸ ਗੱਲ ਨੂੰ ਇੰਗਲੈਂਡ ਦੇ ਵਿੱਚ ਮੇਨ ਮੁੱਦਾ ਲਿਆਉਣਗੇ ਕਿਉਂਕਿ ਸਾਡੇ ਵਾਸਤੇ ਏਡੀ ਸ਼ਰਮਿੰਦਗੀ ਦੀ ਗੱਲ ਆ, ਸਾਡੇ ਸਿਰ ਝੁਕ ਸਕਦੇ ਨੇ। ਬਹੁਤ ਬਹੁਤ ਤੁਹਾਡਾ ਜੀ 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 ਬਹੁਤ ਬਹੁਤ ਧੰਨਵਾਦ। ਅਸੀਂ ਨਾ ਕੱਲ ਇਸ ਦੇ ਉੱਤੇ ਵਿਸ਼ੇਸ਼ ਪ੍ਰੋਗਰਾਮ ਕਰਾਂਗੇ ਔਰ ਕੋਸ਼ਿਸ਼ ਕਰਾਂਗੇ। ਅੱਛਾ ਨੰਬਰ 2 ਜੀ, ਜੋ ਫੂਲਕਾ ਸਾਹਿਬ ਨੂੰ ਮੈਂ ਇੱਕ ਦੋ ਕੁਐਸਚਨ ਪੁੱਛਣੇ ਸੀ ਪਰ ਉਹ ਤੁਸੀਂ ਪੁੱਛ ਚੁੱਕੇ ਹੋ। ਠੀਕ ਹੈ ਮੈਂ ਜੀ ਪਹਿਲਾਂ ਕਹਿ ਚੁੱਕੇ ਹੋ ਤੁਸੀਂ ਬਹੁਤ ਸੂਝਵਾਨ ਹੋ ਉਸ ਤੋਂ ਜੀ। ਤੁਸੀਂ ਕੁਐਸਚਨ ਜਿਹੜਾ ਇੱਕ ਤਾਂ ਸੀ ਜਿਹੜੇ ਪੋਲੀਟੀਸ਼ੀਅਨ ਆਲਰੇਡੀ ਪੋਲੀਟਿਕਸ ਦੇ ਵਿੱਚ ਉਹ ਆ ਚੁੱਕੇ ਨੇ ਤਾਂ ਕਿ ਉਹਨਾਂ ਨੂੰ ਇਹ ਆ ਵੀ ਮੰਨ ਲਓ ਬਾਅਦ ਚ ਆ ਕੇ ਰਿਜ਼ਾਈਨ ਨਾ ਕਰਨ। ਠੀਕ ਹੈ ਠੀਕ ਹੈ ਠੀਕ ਹੈ। ਚਲੋ ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਕੱਲ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਅਸੀਂ ਤੁਹਾਨੂੰ ਦੱਸ ਦਈਏ ਅੱਜ ਤੋਂ ਅਸੀਂ ਇੱਕ ਹੋਰ ਖਾਸ ਪ੍ਰੋਗਰਾਮ ਤੁਹਾਡੀ ਨਜ਼ਰ ਕਰ ਰਹੇ ਹਾਂ। ਰਾਤੀ 10 ਵਜੇ ਤੋਂ ਸਰ ਬਲਵੰਤ ਸਿੰਘ ਮੱਲਾ ਵਿਚਾਰ ਵਟਾਂਦਰਾ ਪ੍ਰੋਗਰਾਮ ਹਫ਼ਤੇ ਵਿੱਚ 5 ਦਿਨ ਦਿਆ ਕਰਨਗੇ। ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਰਾਤ ਨੂੰ 10 ਵਜੇ ਤੁਸੀਂ ਜ਼ਰੂਰ ਉਸ ਦੇ ਵਿੱਚ ਹਿੱਸਾ ਲੈਣਾ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਹੈਲੋ ਹਾਂਜੀ ਹੁਕਮ ਕਰੋ, ਕੌਣ ਬੋਲ ਰਹੇ ਜੀ? ਤੁਸੀਂ ਦੱਸੋ, ਤੁਹਾਡੀ ਆਵਾਜ਼ ਆ ਰਹੀ ਹੈ। ਲਾਂਬਾ ਸਾਹਿਬ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ? ਜਿਹੜਾ ਮੇਰਾ ਸਵਾਲ ਸੀ ਉਹ ਤੁਸੀਂ ਆਪ ਹੀ ਫੁਲਕਾ ਸਾਹਿਬ ਨੂੰ ਕਰਤਾ। ਚਲੋ ਤੁਸੀਂ ਕੌਣ ਬੋਲ ਰਹੇ ਹੋ? ਜਿਹੜੇ 84 ਦੇ ਦੰਗੇ ਹੋਏ ਆ ਦਿੱਲੀ ਦੀ ਧਰਤੀ ਤੇ ਹੋਏ ਆ। ਜੀ ਜੀ ਜੀ। ਔਰ ਦਿੱਲੀ ਦੀ ਸਰਕਾਰ ਜਿਹੜੀ ਹੈ ਉਹ ਹੁਣ ਜਿਹੜੀ ਬਦਲ ਗਈ ਹੈ, ਹਾਂਜੀ ਆਪ ਵਾਲਿਆਂ ਕੋਲ ਆ ਗਈ ਹੈ। ਦੇ ਆਰ ਇਕੁਅਲੀ ਰਿਸਪਾਂਸਿਬਲ। ਠੀਕ ਹੈ ਠੀਕ ਹੈ। ਜਦੋਂ ਕਿ ਫੁਲਕਾ ਸਾਹਿਬ ਵਰਗੇ ਵਕੀਲ ਜਿਹੜੇ ਸਿੱਖ ਵੀ ਹੈਗੇ ਜੀ ਔਰ
ਕੈਪੇਬਲ ਵੀ ਹੈਗੇ ਹਾਂਜੀ ਉਹ ਇਹਨੂੰ ਟੇਕ ਅਪ ਕਰ ਸਕਦੇ ਆ ਜੀ। ਬਿਲਕੁਲ ਕਰਨਗੇ, ਜ਼ਰੂਰ ਕਰਨਗੇ। ਅਸੀਂ ਉਹਨਾਂ ਦੇ ਮਗਰ ਪਏ ਰਵਾਂਗੇ ਔਰ ਦੇਖਾਂਗੇ ਕਿ ਜ਼ਰੂਰ ਕਰਦੇ ਆ। ਜੇ ਭੱਜਣਗੇ ਤੇ ਫਿਰ ਗੱਲ ਵੀ ਮੈਨੂੰ ਤਾਂ ਲੱਗਦਾ ਜਿਹੜਾ ਤੁਸੀਂ ਕਿਹਾ ਨਾ ਕਿ ਬਦਲ ਦੇਖ ਕੇ ਕਰੀ ਜਾਂਦੇ ਆ, ਇਹ ਸਾਰੇ ਬੰਦੇ ਅਪੋਰਚੁਨਿਸਟ ਹੈਗੇ। ਠੀਕ ਹੈ, ਜਿਹੜੇ ਅੱਜ ਜੁਆਇਨ ਕਰ ਰਹੇ ਨਾ ਸਾਰੇ ਅਪੋਰਚੁਨਿਸਟ ਹੈਗੇ। ਚਲੋ ਅਸੀਂ ਪਹਿਲਾਂ ਕਿਸ ਤੇ ਨਾ ਕਰੀਏ ਪਰ ਚੇਤਨ ਜ਼ਰੂਰ ਰਹੀਏ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ। ਹੈਲੋ ਸਤਿ ਸ਼੍ਰੀ ਅਕਾਲ ਜੀ। ਰਸਾ ਰਤਨ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਲਾਂਬਾ ਸਾਹਿਬ, ਦੋ ਗੱਲਾਂ ਕਹਿਣੀਆਂ ਜ਼ਰੂਰ ਜੀ। ਮੈਂ ਦੱਸਣਾ ਵੀ ਦਰਬਾਰ ਸਾਹਿਬ ਦਾ ਜਿਹੜਾ ਪਾਣੀ ਆ ਉਹ ਅੰਮ੍ਰਿਤ ਕਿਸ ਤਰ੍ਹਾਂ ਬਣਦਾ ਆ। ਅੱਛਾ, ਠੀਕ ਹੈ, ਠੀਕ ਹੈ। ਲੋਕਾਂ ਦਾ ਸ਼ੰਕਾ ਮੈਂ ਨਿਵਰਤ ਕਰਦੀ ਆਪਣੇ ਵੱਲੋਂ ਕਹਿਣੀ ਆ। ਬਿਲਕੁਲ, ਉਹ ਦੱਸਿਆ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਵਾਇਆ, ਭਾਈ ਮਨੀ ਸਿੰਘ ਜੀ ਨੇ ਲਿਖਿਆ ਸਿੱਖਾਂ ਦੀ ਭਗਤਮਾਲਾ ਵਿੱਚ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਪਾਣੀ ਦੀ ਸਰੋਵਰ ਦੀ ਕੋਈ ਮਹੱਤਤਾ ਨਹੀਂ, ਪਰ ਇਸ ਦੇ ਵਿਚਕਾਰ ਜਿਹੜਾ ਹਰ ਵੇਲੇ ਜਿਹੜਾ ਕੀਰਤਨ ਹੋ ਰਿਹਾ ਉਹਦੇ ਕਰਕੇ ਇਹ ਜਲ ਅੰਮ੍ਰਿਤ ਬਣ ਜਾਂਦਾ ਹੈਗਾ ਜੀ। ਉਹਦੇ ਬਣਦਾ, ਮੈਂ ਇੰਨਾ ਹੀ ਗੱਲ ਕਰਨੀ। ਹਾਂਜੀ, ਉਹਦੀ ਤਾਸੀਰ ਜਿਹੜੀ ਹੈ ਉਹ ਅੰਮ੍ਰਿਤ ਦੀ ਹੋ ਜਾਂਦੀ ਹੈ। ਅੰਮ੍ਰਿਤ ਵੀ ਖੰਡੇ ਬਾਟੇ ਦਾ ਇਦਾਂ ਹੀ ਤਿਆਰ ਕੀਤਾ ਜਾਂਦਾ ਜੀ। ਮੈਂ ਆਪਣੇ ਕੋਲੋਂ ਕੁਝ ਦੱਸ ਸਕਦਾ ਜੀ? ਜ਼ਰੂਰ ਜੀ, ਜ਼ਰੂਰ ਦੱਸੋ। ਨੇਚਰ ਦਾ ਇਹ ਸਿਧਾਂਤ ਹੈ ਕਸ਼ਿਸ਼ ਦਾ, ਗ੍ਰੈਵਿਟੇਸ਼ਨ ਦਾ ਜੀ। ਜ਼ਮੀਨ ਨਾਲੋਂ ਪਾਣੀ ਜ਼ਿਆਦਾ ਕਸ਼ਿਸ਼ ਰੱਖਦਾ ਹੈਗਾ। ਹਾਂਜੀ। ਔਰ ਨੰਬਰ 2 ਤੇ ਪਾਣੀ ਜਿਹੜਾ ਹੈਗਾ ਇਹੋ ਬੜਾ ਡਿਜ਼ੋਲਵ ਕਰਨ ਦੀ ਸ਼ਕਤੀ ਸਭ ਤੋਂ ਜ਼ਿਆਦਾ ਰੱਖਦਾ ਹੈਗਾ। ਸਭ ਤੋਂ ਤਕੜਾ ਅਬਜ਼ੋਰਬੈਂਟ ਹੈਗਾ। ਜਿਹੜੀ ਟ੍ਰਾਂਸੈਂਡੈਂਟਲ ਸਾਊਂਡ ਹੈਗੀ ਉਸ ਨੂੰ ਅਬਜ਼ੋਰਬ ਕਰਨ ਦੀ ਕੈਪੈਸਿਟੀ ਰੱਖਦਾ ਹੈਗਾ। ਉਸ ਦੀ ਕਸ਼ਿਸ਼ ਦੀ ਸ਼ਕਤੀ ਰੱਖਦਾ ਹੈਗਾ। ਇਸ ਕਰਕੇ ਉਹ ਚੀਜ਼ ਉਸ ਦੇ ਵਿੱਚ ਜਿਹੜੀ ਸਾਊਂਡ ਟ੍ਰਾਂਸੈਂਡੈਂਟਲ ਹੈਗੀ ਉਸ ਦੇ ਵਿੱਚ ਅਬਜ਼ੋਰਬ ਹੋ ਜਾਂਦੀ ਹੈ, ਉਹ ਖੁਦ ਅੰਮ੍ਰਿਤ ਬਣ ਜਾਂਦਾ। ਦੂਜੀ ਗੱਲ ਮੈਂ ਇਹ ਕਹਿਣੀ ਆ ਕਿ ਜੇ ਹੁਣ ਹਿੰਦੁਸਤਾਨ ਦੀ ਜਨਤਾ ਉਖੜ ਗਈ ਤਾਂ ਇਹ ਜਿਹੜੀਆਂ ਪੋਲੀਟੀਕਲ ਗੈਂਗਸ ਦੇ ਜਕੜ ਪਕੜ ਤੋਂ ਕਦੀ ਵੀ ਆਜ਼ਾਦ ਨਹੀਂ ਹੋ ਸਕਣਗੀਆਂ। ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਸੱਤਵਾਦੀ ਹੈਗੀ ਆ ਔਰ ਇਹ ਹਰ ਚੀਜ਼ ਮਤਲਬ ਧਰਮ ਜਿਹੜਾ ਹੈਗਾ ਇਹ ਪਰਮ ਕਰਮ ਦਾ ਹੀ ਨਾਂ ਹੈਗਾ, ਚੰਗੇ ਕਰਮ ਕਰਨ ਦਾ ਹੀ ਨਾਂ ਧਰਮ ਹੈਗਾ। ਇਹ ਸਹੀ ਕੰਮ ਕਰੂਗੀ। ਜੇ ਇਸ ਤੋਂ ਉਖੜ ਗਈ ਤੇ ਫਿਰ ਉਹਨੀਆਂ ਜਕੜਾਂ ਤੋਂ ਗੈਂਗਾਂ ਦੀਆਂ ਤੋਂ ਇਹ ਕਦੀ ਵੀ ਆਜ਼ਾਦ। ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਲਈ ਔਰ ਜਾਣਕਾਰੀ ਲਈ। ਬਹੁਤ ਧੰਨਵਾਦ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬੱਲ ਬੋਲਦਾ ਜੀ। ਬੱਲ ਸਾਹਿਬ, ਸਾਡੇ ਕੋਲ ਅੱਧਾ ਮਿੰਟ ਹੈਗਾ, ਜੇ ਸੁਨੇਹਾ ਦੇ ਦਿਓ ਤਾਂ ਬੜੀ ਕਿਰਪਾ ਹੋਏਗੀ। ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਤੁਹਾਡਾ ਜਦੋਂ ਸੂਰਤ ਵੇਖ ਲਈਦੀ ਆ ਤੇ ਰੱਬ ਜ਼ਿਆਦਾ ਆ ਜਾਂਦਾ ਜੀ। ਨਾ ਮੈਨੂੰ ਉਂਝੇ ਨਾ ਚੜਾਈ ਜਾਓ। ਹਾਂਜੀ, ਹੁਕਮ ਕਰੋ। ਨਹੀਂ ਉਦਾਂ ਨਹੀਂ ਚੜਾਈ ਜੀ, ਮਹਾਰਾਜ ਕਿਰਪਾ ਕਰੇ ਜੀ। ਇਹੋ ਜਿਹੇ ਸਗਲ ਸੂਰਤ ਵਾਲੇ ਸਰਦਾਰ ਕਦੀ ਮਿਲਦੇ ਆ, ਤੁਹਾਡੇ ਦਰਸ਼ਨ ਹੋ ਜਾਂਦੇ ਤੇ ਰੱਬ ਵਾਂਗੂ। ਨਾ ਚਲੋ ਤੁਸੀਂ ਆਪਾਂ ਮੁੱਦੇ ਤੇ ਦੱਸੋ। ਬਹੁਤ ਵਧੀਆ। ਤੇ ਆਮ ਪਾਰਟੀ ਤੋਂ ਆਸਾਂ ਦੇ ਲੋਕਾਂ ਨੂੰ ਬਹੁਤ ਜ਼ਿਆਦੀਆਂ ਜੀ। ਫੁਲਕਾ ਸਾਹਿਬ ਨੇ ਇੰਨੀ ਲੜਾਈ ਲੰਮੀ ਲੜੀ ਆ ਤੇ ਆਸ ਆ ਕਿ ਉਹ ਪੰਜਾਬ ਨੂੰ ਕੋਈ ਹੋਰ ਆਪਣੀ ਜ਼ਿੰਦਗੀ ਦਾ ਜਿਹੜਾ ਰਹਿੰਦਾ ਹਿੱਸਾ ਕੁਝ ਨੇਕੀ ਦਾ ਫਲ ਲਾ ਕੇ ਜਾਣਗੇ ਜੀ। ਚਲੋ, ਗੁਰੂ ਕਿਰਪਾ ਕਰੇ। ਬਹੁਤ ਤੁਹਾਡਾ ਧੰਨਵਾਦ ਤੁਹਾਡੇ ਵਿਚਾਰਾਂ ਲਈ। ਸੋ ਪਿਆਰੇ ਦਰਸ਼ਕੋ, ਜ਼ਰੂਰ ਤੁਸੀਂ ਵਿਚਾਰ ਭੇਜੋ lamba@getpunjabi.tv ਦੇ ਉੱਤੇ। ਇੱਕ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ, ਪਰ ਇੱਕ ਜਾਣਕਾਰੀ ਫਿਰ ਦੇ ਦਈਏ। ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਹਿਬ ਬਲਵੰਤ ਸਿੰਘ ਮੱਲਾ ਰੋਜ਼ ਰਾਤ ਨੂੰ 10 ਵਜੇ ਵਿਚਾਰ ਵਟਾਂਦਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਤੁਹਾਡੀ ਸ਼ਮੂਲੀਅਤ ਦੀ ਲਈ ਅਸੀਂ ਬੇਨਤੀ ਕਰਦੇ ਹਾਂ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।